परम पिता परमात्मा सावण कृपाल ਦੇ ਚਰਨਾਂ ਵਿੱਚ ਨਿਮਸ਼ਕਾਰ ਹੈ, ਜਿਨ੍ਹਾਂ ਨੇ ਸਾਡੇ ਗਰੀਬ ਆਤਮਾ ਤੇ ਰਹਿਮ ਕੀਤਾ, ਭਗਤੀ ਦਾ ਦਾਨ ਦਿੱਤਾ ਔਰ ਆਪ ਦਾ ਜਸ਼ ਕਰਨ ਦਾ ਮੌਕਾ ਦਿੱਤਾ ਹੈ। ਤੁਹਾਡੇ ਅੱਗੇ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਸ਼ਬਦ ਰੱਖਿਆ ਜਾਂਦਾ ਹੈ। ਸੰਤ ਸਤਿਗੁਰੂਆਂ ਦੀ ਬਾਣੀ ਵਿਚਾਰਨਯੋਗ ਹੁੰਦੀ ਹੈ। ਇੱਕ ਇੱਕ ਲਫ਼ਜ਼ ਅਰਬਾਂ ਰੁਪਇਆਂ ਨੂੰ ਵੀ ਆਪਾਂ ਖਰੀਦ ਨਹੀਂ ਸਕਦੇਗੇ। ਹੀਰਾ ਪਹਾੜ ਵਿੱਚ ਹੈ, ਉਹਦਾ ਕੌਡੀ ਮੁੱਲ ਨਹੀਂ ਹੁੰਦਾ, ਲੇਕਿਨ ਜਦ ਉਹੀ ਹੀਰਾ ਜੌਹਰੀਆਂ ਦੀ ਦੁਕਾਨ ਤੇ ਆਉਂਦਾ ਹੈ, ਉਹਦਾ ਲੱਖਾਂ ਕਰੋੜਾਂ ਮੁੱਲ ਪੈ ਜਾਂਦਾ ਹੈ। ਇਸੇ ਤਰ੍ਹਾਂ ਜੇ ਤਾਂ ਆਪਾਂ ਬਾਣੀ ਨੂੰ ਗਾਉਣ ਬਣਾ ਲਈਏ ਤਾਂ ਦਿਨ ਰਾਤ ਤੋਤੇ ਦੀ ਤਰ੍ਹਾਂ ਰਟੀ ਜਾਈਏ, ਨਾ ਕਾਮ ਘਟਦਾ ਹੈ, ਨਾ ਕ੍ਰੋਧ ਘਟਦਾ ਹੈ, ਨਾ ਲੋਭ, ਨਾ ਮੋਹ, ਨਾ ਹੰਕਾਰ। ਜੇ ਇਸ ਨੂੰ ਆਪਾਂ ਵਿਚਾਰ ਲਈਏ, ਪਵਿੱਤਰ ਹਿਰਦੇ ਦੇ ਅੰਦਰ ਵਸਾ ਲਈਏ, ਫਿਰ ਇਹਦਾ ਆਪਾਂ ਮੁੱਲ ਨਹੀਂ ਪਾ ਸਕਦੇਗੇ। ਕਿਉਂਕਿ ਜਿਸ ਬਾਣੀ ਨੂੰ ਅਸੀਂ ਆਪ ਦੇ ਅੰਦਰ ਪ੍ਰਗਟ ਕਰ ਲਈਏ, ਕਿਉਂਕਿ ਫਿਰ ਸਮਝ ਆਉਂਦੀ ਹੈ ਕਿ ਇਹ ਜਿਹੜੀ ਬਾਣੀ ਹੈ, ਇਹ ਕਿਹੜੀ ਬਾਣੀ ਦੀ ਸ਼ੋਭਾ ਕਰਦੀ ਹੈ। ਮੈਂ ਦੱਸਦਾ ਹੁੰਦਾ ਕਿ ਜਦ ਅਸੀਂ ਆਰਮੀ ਸੀਗੇ, ਬਿਆਸ ਸਟੇਸ਼ਨ ਤੇ ਅਸੀਂ ਅਖੰਡ ਪਾਠ ਕਰਾਇਆ, ਕਿਉਂਕਿ ਅਸੀਂ ਰੇਲਵੇ ਦੀ ਔਰ ਨਹਿਰੀ ਕੋਠੀ ਕੋਲੋਂ ਕੋਲ ਹੀ ਹੈ, ਉੱਥੇ ਰਹਿੰਦੇ ਸੀ। ਤੋ ਪਰਮਾਤਮਾ ਸਾਵਣ ਨੂੰ ਬੁਲਾਇਆ। ਉਹਨਾਂ ਦਾ ਫੌਜੀਆਂ ਨਾਲ ਅੱਛਾ ਪ੍ਰੇਮ ਹੁੰਦਾ ਸੀ, ਕਿਉਂਕਿ ਖੁਦ ਵੀ ਆਰਮੀ ਵਿੱਚ ਰਹੇ ਸਨ। ਉਹ ਆਏ, ਬੜੇ ਖੁਸ਼ ਹੋਏ ਭੋਗ ਤੇ। ਹਾਲਾਂਕਿ ਉਦੋਂ ਬਹੁਤ ਬਜ਼ੁਰਗ ਹੋ ਚੁੱਕੇ ਸੀਗੇ। ਉਹ ਕਹਿਣ ਲੱਗੇ, ਮੈਂ ਬੜਾ ਖੁਸ਼ ਹਾਂ ਕਿ ਤੁਸੀਂ ਲੋਕ ਫੌਜ ਵਿੱਚ ਰਹਿੰਦੇ ਹੋਏ ਵੀ ਪਰਮਾਤਮਾ ਦੀ ਤਰਫ ਧਿਆਨ ਰੱਖਦੇ ਹੋ। ਮੈਂ ਤੁਹਾਡੇ ਬੁਲਾਵੇ ਦੀ ਬੜੀ ਕਦਰ ਕਰਦਾ ਹਾਂ। ਇਹ ਬਾਣੀ ਮਹਾਂਪੁਰਸ਼ਾਂ ਦੀ ਹੈ। ਇਹ ਬਾਣੀ ਕਿਸੇ ਹੋਰ ਬਾਣੀ ਦੀ ਵੀ ਮਹਿਮਾ ਗਾਉਂਦੀ ਹੈ। ਇਹ ਬਾਣੀ ਐਂਡ ਹੈ, ਉਹ ਸੜਕ ਹੈ, ਉਹ ਮੰਜ਼ਿਲ ਹੈ। ਜੇ ਸਾਰਾ ਦਿਨ ਆਪਾਂ ਸੜਕ ਤੇ ਤੁਰੇ ਫਿਰੀਏ, ਤੁਸੀਂ ਦੇਖ ਲਓ ਕਿਸੇ ਮੰਜ਼ਿਲ ਤੇ ਨਾ ਪਹੁੰਚੀਏ ਤਾਂ ਵਕਤ ਫਜ਼ੂਲ ਹੀ ਜਾਂਦਾ ਹੈ, ਮਿਹਨਤ ਫਜ਼ੂਲ ਜਾਂਦੀ ਹੈ। ਇਹ ਬਾਣੀ ਉਹ ਕਹਿਣ ਲੱਗੇ ਕਿਸੇ ਹੋਰ ਬਾਣੀ ਦੀ ਵੀ ਮਹਿਮਾ ਕਰਦੀ ਹੈ, ਜਿਸ ਨੂੰ ਤੁਸੀਂ ਅੰਦਰ ਆਪਦੇ ਜਗ੍ਹਾ ਦਿਓ, ਪ੍ਰਗਟ ਕਰ ਲਓ, ਕਿਉਂਕਿ ਉਹ ਬਾਣੀ ਇਹਨਾਂ ਅੱਖਾਂ ਨਾਲ ਨਹੀਂ ਦੇਖੀ ਜਾਂਦੀ। ਉਸ ਬਾਣੀ ਨੂੰ ਅੰਦਰਲੀ ਅੱਖ ਹੀ ਪੜ੍ਹ ਸਕਦੀ ਹੈ ਔਰ ਦੇਖ ਸਕਦੀ ਹੈ। ਸੋ ਗੁਰੂ ਅਰਜਨ ਦੇਵ ਜੀ ਮਹਾਰਾਜ, ਆਪਾਂ ਉਹਨਾਂ ਦੀ ਹਿਸਟਰੀ ਆਮ ਤੌਰ ਤੇ ਪੜ੍ਹਦੇ ਰਹਿੰਦੇ ਹਾਂ। ਸਾਨੂੰ ਪਤਾ ਹੈ ਕਿ ਮਹਾਂਪੁਰਸ਼ਾਂ ਦੀ ਹਮੇਸ਼ਾ ਹੀ ਇਹ ਦੁਨੀਆਦਾਰ ਮੁਖਾਲਫਤ ਕਰਦੇ ਆਏ ਹੈ। ਹਾਲਾਂਕਿ ਪੰਡਤ, ਮੁੱਲਾ, ਭਾਈ, ਪੁਜਾਰੀ ਸਾਰੇ ਇੱਕ ਦੂਜੇ ਦੀ ਮੁਖਾਲਫਤ ਕਰਦੇ ਹੈ, ਲੇਕਿਨ ਜਦ ਸੰਤਾਂ ਦੀ ਵਿਰੋਧਤਾ ਕਰਨੀ ਹੋਵੇ ਤਾਂ ਇਹ ਸਾਰੇ ਇੱਕ ਹੋ ਜਾਂਦੇ ਹੈ। ਤਾਂ ਸਭ ਤੋਂ ਪਹਿਲਾਂ ਤਾਂ ਕਿਉਂਕਿ ਪ੍ਰਿਥੀ ਚੰਦ ਇਹਨਾਂ ਦਾ ਵੱਡਾ ਭਰਾ ਸੀ, ਉਸ ਨੂੰ ਜਦ ਗੱਦੀ ਨਾ ਮਿਲੀ, ਕਿਉਂਕਿ ਇਹ ਤਾਂ ਹੁਣ ਜੇ ਤੁਹਾਡੇ ਪੂਰਬ ਕਰਮ ਹੈ ਤਦ ਹੀ ਤੁਸੀਂ ਪ੍ਰਾਪਤ ਕਰ ਸਕਦੇ ਹੋ, ਤਦ ਹੀ ਤੁਸੀਂ ਉਸ ਦੇ ਤੁਸੀਂ ਯੋਗ ਬਣਾ ਸਕਦੇ ਹੋ। ਮਹਾਰਾਜ ਕਹਿੰਦੇ ਹੁੰਦੇ ਸੀ ਕਿ ਸੰਗਤ ਨੂੰ ਅੰਨੇ ਦੇ ਲੜ ਨਹੀਂ ਲਾਇਆ ਜਾਂਦਾ ਹੁੰਦਾ।
ਇਹ ਕੰਮ ਕੋਈ ਪੂਰਨ ਗੁਰੂ ਦਾ ਹੀ ਹੈ। ਪੂਰਨ ਬਣਨ ਵਾਸਤੇ ਸਾਨੂੰ ਗੁਰੂ ਦੀ ਦਇਆ, ਗੁਰੂ ਦੇ ਬਚਨਾਂ ਤੇ ਪਾਲਣਾ ਕਰਨੀ ਬੜੀ ਜ਼ਰੂਰੀ ਹੈ, ਜਿਹੜੀ ਬੜੀ ਕਠਿਨ ਹੈ। ਸੋ ਇਸ ਵਾਸਤੇ ਗੁਰੂ ਅਰਜਨ ਦੇਵ, ਉਹਨਾਂ ਦੇ ਪਿਤਾ ਨੇ ਯੋਗ ਸਮਝਿਆ, ਆਪ ਨੇ ਬੜੀ ਕਮਾਈ ਕੀਤੀ। ਇਹਨਾਂ ਦੀ ਬੜੀ ਵਿਰੋਧਤਾ ਉਹ ਭਾਈ ਨੇ ਕੀਤੀ, ਗੌਰਮੈਂਟ ਨੂੰ ਸਿਖਾਇਆ, ਮੌਲਾਣਿਆਂ ਨੇ, ਸਭ ਕਾਸੇ ਨੇ ਵਿਰੋਧਤਾ ਕਰਕੇ ਇਹਨਾਂ ਨੂੰ ਬੜੇ ਤਸੀਹੇ ਦਿਵਾਏ ਗਏ। ਤੱਤਾ ਰੇਤ ਸਿਰ ਵਿੱਚ ਪਵਾਇਆ ਗਿਆ, ਤੱਤੀ ਲੋਹ ਤੇ ਬਿਠਾਏ ਗਏ, ਗਲ ਜਿੰਨੇ ਉਬਲਦੇ ਪਾਣੀ ਵਿੱਚ ਬਿਠਾਏ ਗਏ। ਬੜੇ ਗੈਰ ਮਨੁੱਖੀ ਤਸੀਹੇ ਦਿੱਤੇ ਇਹਨਾਂ ਨੂੰ। ਮੇਰਾ ਕਹਿਣ ਦਾ ਭਾਵ, ਇਹਨਾਂ ਦੀ ਹਿਸਟਰੀ ਦੱਸਣ ਦਾ ਇਹੀ ਹੈ ਕਿ ਇਹਨਾਂ ਦਾ ਸ਼ਬਦ ਜੋ ਹੈ ਬੜਾ ਗੌਰ ਨਾਲ ਸੁਣਨ ਵਾਲਾ ਹੈ, ਕਿਉਂਕਿ ਸਾਨੂੰ ਜੇ ਮਾਮੂਲੀ ਜਿਹਾ ਬੁਖਾਰ ਚੜ੍ਹ ਜੇ, ਸਿਰ ਦੁਖਣ ਲੱਗ ਜਾਵੇ, ਤਾਂ ਅਸੀਂ ਕਿੰਨੇ ਬਹਾਨੇ ਕੱਢਦੇ ਹਾਂ ਕਿ ਜੀ ਤੰਦਰੁਸਤ ਹੋਈਏ, ਫੇਰ ਹੀ ਭਜਨ ਕਰੀਏ, ਜਾਂ ਘਰ ਦੇ ਵਿੱਚ ਧਨ ਪਦਾਰਥ ਹੋਵੇ ਫੇਰ ਭਜਨ ਕਰੀਏ। ਹੁਣ ਤੁਸੀਂ ਦੇਖ ਲਓ ਕਿ ਧਨ ਪਦਾਰਥ ਵਾਲੇ ਅਗਰ ਸੌਖੇ ਹੋਣ ਤਾਂ ਫੇਰ ਤਾਂ ਮੰਨ ਲਈਏ ਵੀ ਇਹ ਸੌਖੇ ਹੈ। ਉਹ ਪਿਆਰਿਓ, ਉਹ ਉਦੋਂ ਵੀ ਔਖੇ ਆ। ਸਹਿਜੋ ਬਾਈ ਨੇ ਕਹੇ, ਧਨਵੰਤ ਤੇ ਅਤੀ ਹੀ ਦੁਖੀ, ਨਿਰਧਨ ਦੁੱਖ ਕਾ ਰੂਪ। ਧਨ ਨਹੀਂ ਤਾਂ ਉਹਦੇ ਸਾਂਭ ਸੁਭਾਈ ਦਾ ਦੁੱਖ, ਜੇ ਹੈ ਤਾਂ ਵੀ ਦੁੱਖ, ਜੇ ਨਹੀਂ ਤਾਂ ਵੀ ਦੁੱਖ। ਸਾਧ ਸੁਖੀ ਸਹਿਜੋ ਕਹੇ, ਜਿਨ ਪਾਇਆ ਭੇਦ ਅਨੂਪ। ਕਿਹੜਾ ਸਾਧੂ ਸ਼ਾਂਤ ਹੈ, ਜਿਹਨੇ ਮਾਲਕ ਨੂੰ ਪਾਲਿਆ ਹੈ। ਇਸ ਵਾਸਤੇ ਆਪ ਨੇ ਇੰਨੇ ਤਸੀਹੇ ਸਹਿੰਦਿਆਂ ਹੋਇਆਂ ਫਿਰ ਵੀ ਇਹਨਾਂ ਦੇ ਪਾਸ ਕੁਝ ਸਿੱਖਾਂ ਨੇ ਆ ਕੇ ਬੇਨਤੀ ਕੀਤੀ ਕਿ ਮਹਾਰਾਜ ਜੀ, ਕਿ ਜਿਸ ਨਾਮ ਦੀ ਹਰ ਗ੍ਰੰਥ, ਹਰ ਪੋਥੀ, ਤੁਸੀਂ ਬਹੁਤ ਵੱਡੇ ਗ੍ਰੰਥ ਦੀ ਰਚਨਾ ਰਚੀ ਹੈ, ਕਿ ਇਹ ਇੱਥੇ ਹੀ ਮਦਦ ਕਰਦਾ ਹੈ ਜਾਂ ਅੱਗੇ ਵੀ ਕਰਦਾ ਹੈ? ਇਸ ਨੂੰ ਜਪਣ ਦੇ ਕੀ ਫਾਇਦੇ ਹੈ? ਤੋ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਉਹਨਾਂ ਪ੍ਰਥਾਏ ਬੜੇ ਪਿਆਰ ਨਾਲ ਸਮਝਾਉਂਦੇ ਹੈ। ਪਹਿਲੀਆਂ 4 ਪੌੜੀਆਂ ਦੇ ਵਿੱਚ ਆਪ ਨਾਮ ਦੇ ਫਾਇਦੇ ਦੱਸਦੇ ਹੈ, ਔਰ ਦੂਸਰੀ ਦੇ ਵਿੱਚ ਜੋ ਲੋਕ ਸਤਿਗੁਰੂ ਦੀ ਸ਼ਰਨ ਵਿੱਚ ਨਹੀਂ ਆਉਂਦੇਗੇ, ਨਾਮ ਨਹੀਂ ਜਪਦੇ, ਭਗਤੀ ਨਹੀਂ ਕਰਦੇ, ਉਹਨਾਂ ਦੀ ਹਾਲਤ ਬਿਆਨ ਕਰਨਗੇ। 9ਵੀਂ ਪੌੜੀ ਦੇ ਅੰਦਰ ਆਪ ਬੜੇ ਪਿਆਰ ਦੇ ਨਾਲ ਜਿਨ੍ਹਾਂ ਨੂੰ ਗੁਰੂ ਮਿਲ ਜਾਂਦਾ ਹੈ, ਨਾਮ ਮਿਲ ਜਾਂਦਾ ਹੈ, ਉਹਨਾਂ ਦੀ ਸਿਫਤ ਕਰਦੇ ਹੈ, ਸਾਧ ਸੰਗਤ ਦੀ ਸਿਫਤ ਕਰਦੇ ਹੈ ਕਿ ਉਹ ਕਿੰਨੇ ਭਾਗਾਂ ਵਾਲੇ ਹੈ ਜੋ ਲੋਕ ਪੂਰਨ ਸਾਧੂ ਦੀ ਸੰਗਤ ਦੇ ਵਿੱਚ ਜਾਂਦੇ ਹੈ ਔਰ ਸ਼ਬਦ ਨਾਮ ਦੀ ਕਮਾਈ ਕਰਦੇ ਹੈ। ਗੌਰ ਨਾਲ ਸ਼ਬਦ ਨੂੰ ਸੁਣੋ। ਮੇਰਾ ਕਹਿਣ ਦਾ ਭਾਵ ਇਤਨਾ ਹੀ ਹੈ ਕਿ ਅਸੀਂ ਕਿਤਨੇ ਬਹਾਨੇ ਕੱਢਦੇ ਹਾਂ। ਇਸ ਮਹਾਤਮਾ ਨੂੰ ਕਿਤਨਾ ਕਸ਼ਟ ਸੀਗਾ, तो फिर भी इन्होंने यही क्या, नाम पदार्थ तेरा भाना मीठा लगा, नाम पदार्थ नानक मांगा। फिर भी नाम की कमाई की, क्योंकि आपने बड़े प्यार ना कहा है, दुख सुख उही ध्याइए। कौन भी दुख जी ध्याएगा? जिन्हों कदर है, जिन्हें देख लिया कि दुख तो मेरे कर्मां दा है, अगर मैं इहदा भजन करूँगा तो मैं इहदी रहमत पाऊँगा, ये तो दया ही करेगा। असी की करते हैं, भजन सिमरन ही छड्ड के बैठ जाने हैं जी। श्री राग महला पंजवां, पन्ना नंबर 70। जाको मुश्किल अत बने तो
ਕੋਇ ਨਾ ਦੇ। ਜਾਂ ਕੋ ਮੁਸ਼ਕਿਲ ਅਤ ਬਣੇ, ਟੋਈ ਕੋਇ ਨਾ ਦੇ। ਗੁਰੂ ਅਰਜਨ ਦੇਵ ਜੀ ਮਹਾਰਾਜ ਉਹਨਾਂ ਪ੍ਰੇਮੀਆਂ ਨੂੰ ਕਹਿੰਦੇ ਆ, ਜਿਹਨੂੰ ਅਤੀ ਮੁਸ਼ਕਿਲ ਬਣ ਜਾਵੇ ਕੋਈ ਢੋਈ ਨਾ ਦੇਵੇ, ਆਸਰਾ ਨਾ ਦੇਵੇ। ਸਾਨੂੰ ਪਤਾ ਹੈ ਕਿ ਮੁਸ਼ਕਿਲ ਵੇਲਾ ਕਿਹੜਾ ਹੈ, ਜਦ ਆਪਦੇ ਨੈਣ ਪ੍ਰਾਣ ਵੀ ਬੰਦੇ ਦੇ ਹੱਥ ਹਿੱਲਣੋਂ ਹਟ ਜਾਣ, ਲੱਤਾਂ ਹਿੱਲਣੋਂ ਹਟ ਜਾਣ, ਔਰ ਯਾਰ ਦੋਸਤ ਵੀ ਪਾਸਾ ਵਟ ਜਾਣ, ਤੋ ਸਾਹਮਣੇ ਮੌਤ ਦਿਸਦੀ ਹੋਵੇ, ਉਦੋਂ ਕੌਣ ਹੈ ਵੀ ਮਦਦ ਕਰਨ ਵਾਲਾ? ਕੋਈ ਹੈ ਸੂਰਮਾ ਜਿਹੜਾ ਆ ਕੇ ਹਿੱਕ ਤੇ ਹੱਥ ਧਰੇ ਕਿ ਵੀ ਇਸ ਵਿਖੜੇ ਦੌਰ ਦੇ ਵਿੱਚ, ਟਾਈਮ ਦੇ ਵਿੱਚ ਮੈਂ ਤੇਰੀ ਮਦਦ ਕਰੂੰਗਾ? ਤੁਸੀਂ ਸੋਚ ਕੇ ਦੇਖ ਲਓ, ਆਪਾਂ ਜੰਗਲ ਵਿੱਚ ਜਾਂਦੇ ਹੋਈਏ, ਰਸਤਾ ਭੁੱਲ ਜਾਈਏ, ਉੱਥੇ ਖੂਨੀ ਜਾਨਵਰਾਂ ਦਾ ਡਰ ਹੋਵੇ ਕਿ ਕਿਹੜੇ ਵੇਲੇ ਸਾਨੂੰ ਉਹਨਾਂ ਨੇ ਆਪਦਾ ਖਾਜ ਬਣਾ ਲੈਣਾ ਹੈ, ਉਸ ਵੇਲੇ ਕੋਈ ਆਪਣਾ ਸੱਜਣ ਪਿਆਰਾ ਮਿਲ ਜਾਵੇ, ਆਪਾਂ ਨੂੰ ਕਿੰਨੀ ਖੁਸ਼ੀ ਹੁੰਦੀ ਹੈ, ਕਿੰਨਾ ਆਸਰਾ ਮਿਲਦਾ ਹੈ। ਇਸੇ ਤਰ੍ਹਾਂ ਜਦ ਐਸਾ ਵਿਖੜਾ ਦੌਰ ਹੁੰਦਾ ਹੈ, ਕੋਈ ਮਦਦ ਕਰਨ ਵਾਸਤੇ ਤਿਆਰ ਨਹੀਂ, ਜੇ ਆਪਾਂ ਨਾਮ ਜਪਦੇ ਹਾਂ, ਉਹ ਮਾਲਕ ਜ਼ਰੂਰ ਸੰਭਾਲ ਕਰਦਾ ਹੈ, ਉਸ ਟਾਈਮ ਆ ਕੇ ਦਰਸ਼ਨ ਦਿੰਦਾ ਹੈ। ਲੇਕਿਨ ਅਸੀਂ ਕੀ ਕਰਦੇ ਹਾਂ, ਅੱਧਾ ਘੰਟਾ ਭਜਨ ਨਹੀਂ ਬੈਠਦੇ, ਚਿੱਠੀਆਂ ਲਿਖਣੀਆਂ ਸ਼ੁਰੂ ਕਰਦੇ ਹਾਂ। ਹੁਣ ਦੱਸੋ ਵੀ ਸ਼ਬਦ ਕੋਈ ਪਾਰਸਲ ਤਾਂ ਹੈ ਨਹੀਂਗਾ ਜਿਹੜਾ ਚਿੱਠੀ ਦੇ ਵਿੱਚ ਪਾਰਸਲ ਕਰਕੇ ਭੇਜਿਆ ਜਾਏ। ਵਜਾਏ ਚਿੱਠੀਆਂ ਲਿਖਣ ਦੇ ਤੁਸੀਂ ਭਜਨ ਕਰੋ। ਤੁਹਾਨੂੰ ਭਜਨ ਤੇ ਡਿਊਟੀ ਲਾਈ ਹੈ। ਹਾਂ ਭਾਈ। ਜਾ ਕੋ ਮੁਸ਼ਕਿਲ ਅਤ ਬਣੇ, ਟੋਈ ਕੋਇ ਨਾ ਦੇ। ਲਾਗੂ ਹੋਏ ਦੁਸ਼ਮਣਾ, ਸਾਕ ਬਿਪਾਜ ਖਲੇ। ਅਸੀਂ ਸਾਰੀ ਜ਼ਿੰਦਗੀ ਰਿਸ਼ਤੇਦਾਰਾਂ ਵਾਸਤੇ, ਭੈਣ ਭਰਾਵਾਂ ਵਾਸਤੇ ਕਿਹੜੀ ਕਿਹੜੀ ਕੁਰਬਾਨੀ ਨਹੀਂ ਕਰਦੇ ਗਏ। ਠੱਗੀਆਂ ਮਾਰਦੇ हैं, ਬੇਈਮਾਨੀਆਂ ਕਰਦੇ हैं, ਆਪਣੇ ਬਣਾਉਣ ਦੀ ਕੋਸ਼ਿਸ਼ ਕਰਦੇ हैं। ਗੁਰੂ ਤੇਗ ਬਹਾਦਰ ਕਹਿੰਦੇ ਆ, ਜਬ ਹੀ ਨਿਰਧਨ ਦੇਖਿਆ ਨਰ ਕੋ, ਸਾਥ ਛਾੜ ਕਰ ਭਾਗੇ। ਉਹ ਪਿਆਰਿਓ, ਜੇ ਸਾਡੇ ਕੋਲ 2 ਪੈਸੇ ਹੈ ਜਾਂ ਕਿਸੇ ਉੱਚੇ ਅਹੁਦੇ ਤੇ ਹੈ, ਬੜੀ ਕੁਰਸੀ ਸਾਡੇ ਥੱਲੇ ਹੈ, ਤੋ ਅਸੀਂ ਭਾਵੇਂ ਉਹ ਰਿਸ਼ਤੇਦਾਰ ਨਾ ਵੀ ਲੱਗਦਾ ਹੋਵੇ, ਫਿਰ ਵੀ ਆਸੇ ਪਾਸੇ ਦੀ ਕੋਈ ਨਾ ਕੋਈ ਰਿਸ਼ਤੇਦਾਰੀ ਗੰਢ ਲੈਂਦੇ ਹਾਂ। ਜਦ ਉਹੀ ਸੱਜਣ ਨਿਰਧਨ ਹੋ ਜਾਵੇ, ਕੁਰਸੀ ਤੇ ਨਾ ਰਵੇ, ਫਿਰ ਭਾਵੇਂ ਆਪਣਾ ਵੀ ਪਰਾਇਆ, ਉਹ ਸਾਡਾ ਜੋਸ਼ ਵੀ ਠੰਡਾ ਹੋ ਜਾਂਦਾ ਹੈ। ਤੋ ਸਾਥ ਛਾੜ ਕਰ ਭਾਗੇ। ਜਦ ਰਿਸ਼ਤੇਦਾਰ ਭੈਣ ਭਰਾ ਵਹਿੰਦੇ ਹੈ ਕਿ ਹੁਣ ਇਸ ਤੋਂ ਕਿਹੜਾ ਮਤਲਬ ਹੱਲ ਹੋਣਾ ਹੈ, ਉਹ ਬੁਲਾਉਂਦਿਆਂ ਤੱਕ ਨਹੀਂ। ਤੁਸੀਂ ਦੇਖ ਲਓ, ਘਰਾਂ ਦੇ ਵਿੱਚ ਬਜ਼ੁਰਗ ਹੁੰਦੇ ਹੈ, ਪਹਿਲਾਂ ਉਸੇ ਬਜ਼ੁਰਗ ਦਾ ਜੋ ਰਿਸ਼ਤੇਦਾਰ ਆਉਂਦੇ ਹੈ ਸਭ ਆਦਰ ਮਾਨ ਕਰਦੇ ਹੈ। ਜਦੋਂ ਵਿਚਾਰਾ ਮੰਜੇ ਤੇ ਬਹਿ ਕੇ ਖੰਘਣ ਜੋਗਰਾ ਹੀ ਰਹਿ ਜਾਂਦਾ ਹੈ, ਉਹ ਆ ਕੇ ਬੱਚਿਆਂ ਨੂੰ ਹੀ ਮਿਲਦੇ ਆ ਉਹਦੇ ਨੂੰ। ਜੇ ਉਹ ਵਿਚਾਰਾ ਫਿਰ ਵੀ ਮੋਹ ਦਾ ਬੱਧਿਆ ਕੋਲੇ ਆ ਕੇ ਬਹਿ ਜਾਵੇ, ਉਹ ਕਹਿੰਦੇ ਤੂੰ ਪਰੇ ਜਾਗਾ, ਤੈਂ ਕੀ ਲੈਣਾ ਹੈ। ਹੁਣ ਇਸ ਵਾਸਤੇ ਆਪ ਪਿਆਰ ਨਾਲ ਕਹਿੰਦੇ ਹੈ, ਜਦੋਂ ਐਸੇ ਆਸਰੇ ਸਾਰੇ ਟੁੱਟ ਜਾਂਦੇ ਹੈ, ਲਾਗੂ ਹੋਏ ਦੁਸ਼ਮਣਾ। ਦੁਸ਼ਮਣ ਕੌਣ ਹੈ? ਜਿਹੜੇ ਵਿਸ਼ੇ ਬਕਾਰਾਂ ਨਾਲ ਅਸੀਂ ਪਿਆਰ ਕਰਦੇ ਸਾਂ, ਖੁਸ਼ ਹੁੰਦੇ ਸਾਂ ਭੋਗ ਕੇ,
ਔਗਣ ਫਿਰ ਲਾਗੂ ਪਏ। ਉਹ ਸਭ ਇੰਦਰੀਆਂ ਧਰਮਰਾਜ ਦੇ ਦਰਬਾਰ ਜਾ ਕੇ ਖਿਲਾਫ ਭੁਗਤ ਜਾਂਦੀਆਂ। ਜਵਾਨ ਦੀ ਇੰਦਰੀ ਕਹਿੰਦੀ ਹੈ ਕਿ ਮੇਰੇ ਤੇ ਮੀਟ ਰੱਖ ਕੇ ਨਹੀਂ ਖਾਂਦਾ ਸੀ। ਕਾਮ ਇੰਦਰੀ ਕਹਿੰਦੀ ਹੈ ਕਿ ਤੂੰ ਮੇਰੇ ਨਾਲ ਭੋਗ ਨਹੀਂ ਭੋਗਦਾ ਸੀ। ਇਸੇ ਤਰ੍ਹਾਂ ਕੰਨਾਂ ਦੀਆਂ ਇੰਦਰੀਆਂ, ਅੱਖਾਂ ਦੀਆਂ ਇੰਦਰੀਆਂ, ਹਰ ਇੰਦਰੀ ਦੇ ਖਿਲਾਫ ਭੁਗਤ ਜਾਂਦੀ ਹੈ। ਔਗਣ ਫਿਰ ਲਾਗੂ ਪਏ। ਕੂਰ ਵਜਾਏ ਤੂਰ। ਜਿਹੜੇ ਅਸੀਂ ਪਾਪ ਖੁਸ਼ ਹੋ ਕੇ ਕਰਦੇ ਹਾਂ, ਇਹ ਸਾਡੇ ਉੱਤੇ ਲਾਗੂ ਹੋ ਜਾਂਦੇ ਹੈ। ਕਾਨੂੰਨ ਬਣ ਜਾਂਦਾ ਹੈ ਧਰਮਰਾਜ ਦਾ ਵੀ ਤੇਰੇ 'ਚ ਇਹ ਐਬ ਹੈ। ਕੂਰ ਜਿੱਤ ਦੇ ਵਾਜੇ ਵੱਜ ਜਾਂਦੇ ਹੈ। ਕਹਿੰਦੇ ਆਹ ਦੇਖ ਲਿਆਂਦਾ ਫੜ ਕੇ। ਸੋ ਇਸ ਵਾਸਤੇ ਆ ਪਿਆਰ ਨਾਲ ਕਹਿੰਦੇ ਲਾਗੂ ਹੋਏ ਦੁਸ਼ਮਣਾ ਸਾਕ ਵੀ ਭੱਜ ਖੜੇ। ਜੀ ਲਾਗੂ ਹੋਏ ਦੁਸ਼ਮਨਾ ਸਾਕ ਬਿਪਾਜ ਖਲੇ ਸਬੋ ਪਜੈ ਆਸਰਾ ਚੁਕੈ ਸਭ ਅਸਰਾਓ ਚਿਤ ਆਵੇ ਉਸ ਪਾਰ ਬ੍ਰਹਮ ਲਗੈ ਨ ਤਤੀ ਵਾਓ। ਕੋਈ ਆਸਰਾ ਨਾ ਦਿੰਦਾ ਹੋਵੇ ਕਿ ਮੈਂ ਤੇਰੀ ਮਦਦ ਕਰੂੰਗਾ, ਪਰ ਫਿਰ ਵੀ ਕਹਿਣ ਲੱਗੇ ਜੇ ਉਹ ਪਰਮਾਤਮਾ ਨੂੰ ਉਸ ਟਾਈਮ ਵੀ ਨਾਮ ਨੂੰ ਯਾਦ ਕਰੇ, ਗੁਰੂ ਨੂੰ ਯਾਦ ਕਰੇ। ਜਬ ਜਬ ਚੋਟ ਪੜੀ ਦੁਖਨ ਕੀ, स्वामी जी कहते तब डर डर कर भजन की यारी। देखो दया मेहर सतगुरु की, उसी भजन को मान लिया री। ਉਹ ਫਿਰ ਵੀ ਕਹਿੰਦਾ ਚੱਲ ਇਹਨੇ ਅੱਜ ਤਾਂ ਕੀਤਾ, ਹੁਣ ਤਾਂ ਯਾਦ ਕੀਤਾ ਹੈ। ਗੁਰੂ ਨਾਨਕ ਤਾਂ ਇੱਥੋਂ ਤੱਕ ਕਹਿੰਦੇ ਆ ਕਿ ਜਦ ਇਹਦਾ ਘੋਲੜੂ ਵੱਜਦਾ ਹੈ, ਘੁੰਗਰੂ ਲਿਖਿਆ ਉਹਨਾਂ ਨੇ, ਘੁੰਗਰ ਵਾਜਾ ਤੋ ਮਨ ਲੱਗਾ। ਅੱਧੇ ਸਰੀਰ ਦੇ ਅੰਦਰੋਂ ਵੀ ਜਦੋਂ ਆਤਮਾ ਸਿਮਟ ਜਾਂਦੀ ਹੈ ਤੇ ਇੱਥੇ ਰੜਕਦਾ ਹੈ। ਕਹਿੰਦੇ ਉਦੋਂ ਵੀ ਅਗਰ ਨਾਮ ਦੀ ਤਰਫ, ਗੁਰੂ ਦੀ ਤਰਫ ਇਹਦੀ ਤਵੱਜੋ ਹੁੰਦੀ ਹੈ ਤਾਂ ਫਿਰ ਵੀ ਸੰਭਾਲਦਾ ਹੈ। ਇਸ ਵਾਸਤੇ ਆਪ ਕਹਿੰਦੇ ਚਿੱਤ ਆਵਾ ਉਸ ਪਾਰ ਬ੍ਰਹਮ ਤੇ ਲੱਗੇ ਨਾ ਤਤੀ ਵਾਓ। ਤਤੀ ਵਾਓ ਕਿਹੜੀ ਹੈ? ਬਾਹਰ ਦੀ ਵੀ ਤੁਹਾਨੂੰ ਪਤਾ ਹੈ। ਆਪਾਂ ਤਤੀ ਵਾਓ ਤਾਂ ਡਰਦੇ ਮਾਰੇ ਏਅਰ ਕੰਡੀਸ਼ਨ ਲਾਉਨੇ ਆ, ਪਹਾੜਾਂ ਤੇ ਜਾਂਦੇ ਆ ਗਰਮੀ ਤੋਂ ਬਚਣ ਦੀ ਖਾਤਰ। ਲੇਕਿਨ ਸੰਤਾਂ ਦੀ ਮਰਾਦ ਜਿਹੜੀ ਹੈ ਤਤੀ ਵਾਹ ਤੋਂ, ਉਹ ਮਾਂ ਦੇ ਪੇਟ ਵਿੱਚ ਹੈ। ਤੁਸੀਂ ਵੈਦਿਕ ਦੇ ਗ੍ਰੰਥਾਂ ਨੂੰ ਪੜ੍ਹ ਕੇ ਦੇਖ ਲਓ ਕਿ ਜਦ ਬੱਚਾ ਮਾਂ ਦੇ ਪੇਟ 'ਚ ਹੈ 3 ਮਹੀਨੇ ਸਿੱਧਾ ਪਿਆ ਰਹਿੰਦਾ ਹੈ ਅਚੇਤ ਅਵਸਥਾ ਦੇ ਵਿੱਚ। ਜਦ ਹੱਡੀ ਪਕਾਈ ਜਾਂਦੀ ਹੈ, ਜਠਰ ਅਗਨੀ ਦਾ ਤਾ ਹਰ ਅਗਨੀ ਨਾਲੋਂ ਜ਼ਿਆਦਾ ਹੈ। ਉੱਥੇ ਹੱਡੀ ਐਸੀ ਕਰੜੀ ਬਣਦੀ ਹੈ, ਪੱਕ ਜਾਂਦੀ ਹੈ ਜਿਵੇਂ ਭਾਂਡੇ ਪਕਾਈਦੇ ਹੈ। ਤੁਸੀਂ ਦੇਖ ਲਓ 2-2, 3-3 ਯੁੱਗ ਦੇ ਆ ਖੋਜ ਵਿਭਾਗ ਵਾਲਿਆਂ ਨੇ ਮੁਰਦੇ ਕੱਢੇ ਕਬਰਾਂ ਚੋਂ, ਹੱਡੀਆਂ ਨਹੀਂ ਗਲੀਆਂ। ਆਪਾਂ ਜਾਲਦੇ ਹਾਂ, ਹੱਡੀ ਫੇਰ ਵੀ ਨਹੀਂ ਜਲਦੀ ਰਹਿ ਜਾਂਦੀ ਹੈ। ਉਹ ਜਠਰ ਅਗਨੀ ਦਾ ਤਾ ਦੇ ਕੇ ਇਸ ਤਰ੍ਹਾਂ ਪਕਾਈ ਹੁੰਦੀ ਹੈ। ਇਹ ਤਤੀ ਵਾਓ ਹੈ। ਇਸ ਵਾਸਤੇ ਆਪ ਕਹਿੰਦੇ ਜਦ ਮੌਤ ਆਉਂਦੀ ਹੈ ਉਸ ਵੇਲੇ ਕੀ ਹੈ, ਅੱਗੇ ਕਲਬੂਤ ਘੜਿਆ ਪਿਆ ਹੁੰਦਾ ਹੈ, ਉਹਦੇ ਵਿੱਚੋਂ ਨਿਕਲਦੇ ਮਗਰੋਂ ਹੈ ਮੌਤ, ਫੇਰ ਅੱਖਾਂ ਅੱਗੇ ਆ ਜਾਂਦੀ ਹੈ। ਜੀ ਚੇਤੇ ਆਵੇ ਉਸ ਪਾਰ ਬ੍ਰਹਮ ਲਗੇ ਨ ਤਤੀ ਵਾਓ। ਸਾਹਿਬ ਨੇ ਤਾਣਿਆ ਕਾ ਤਾਣ। ਹੁਣ ਆ ਪਿਆਰ ਨਾਲ ਕਹਿੰਦੇ ਆ ਕਿ ਕਰ ਦਈਏ ਤਾਂ ਕਹਿੰਦੇ ਮੈਂ ਕੀਤਾ, ਮਤ ਥੋੜੀ ਸੇਵ ਗਵਾਈਏ। ਗੁਰੂ ਸਾਹਿਬ ਕਹਿੰਦੇ ਆ ਅਸੀਂ ਉਹ ਕੀਤਾ ਵੀ ਗਵਾ ਬੈਨੇ ਆ। ਇਸ ਵਾਸਤੇ ਆਪ ਕਹਿਣ ਲੱਗੇ
ਕਿ ਸੰਤ ਮਤ ਦੇ ਵਿੱਚ ਸਾਨੂੰ ਕੀ ਸਿਖਾਇਆ ਜਾਂਦਾ ਹੈ? ਨਿਮਰਤਾ। ਮਹਾਰਾਜ ਸਾਵਣ ਸਿੰਘ ਕਹਿੰਦੇ ਹੁੰਦੇ ਸੀਗੇ, ਤੀਰਥ ਵਰਤ ਅਰਦਾਨ ਕਰ ਮਨ ਮੇ ਧਰੇ ਗਮਾਨ, ਨਾਨਕ ਨੇ ਫਲ ਜਾਤ ਹੈ ਜਿਉ ਕੁੰਚਰ ਇਸ਼ਨਾਨ। ਉਹ ਕਹਿੰਦੇ ਹੁੰਦੇ ਸੀਗੇ ਕਿ ਸੱਜੇ ਹੱਥ ਨਾਲ ਦਾਨ ਕਰੇ ਤੇ ਖੱਬੇ ਨੂੰ ਪਤਾ ਨਾ ਲੱਗੇ। ਕਿ ਜਿਹੜਾ ਮਾਲਕ ਅੰਦਰ ਬੈਠਾ ਉਹ ਜਾਣਦਾ ਨਹੀਂ? ਗੁਰਬਾਣੀ ਚ ਆਉਂਦਾ, ਬਿਨ ਬੋਲਿਆ ਸਭ ਕੁਝ ਜਾਣਦਾ, ਕਿਸ ਪੈ ਕਰੀ ਅਰਦਾਸ। ਲੇਕਿਨ ਸਾਡੀ ਕੀ ਹਾਲਤ ਹੈ? ਜਦ ਤੱਕ ਅਸੀਂ ਅਖਬਾਰਾਂ 'ਚ ਨਾ ਛਪਾ ਦਈਏ, ਉਤਨਾ ਚਿਰ ਸਾਨੂੰ ਸ਼ਾਂਤੀ ਨਹੀਂ ਆਉਂਦੀ ਗੀ। ਫਲਾਣੇ ਨੇ ਇਤਨੇ ਲੱਖ ਦਾਨ ਕੀਤਾ, ਫਲਾਣੇ ਨੇ ਇਤਨੇ ਹਜ਼ਾਰ ਕੀਤਾ ਹੈ। ਤੁਸੀਂ ਦੇਖ ਲਓ ਦਿਨ ਰਾਤ। ਉੱਥੇ ਸਾਂਪਲੇ ਅੰਗਰੇਜ਼ਾਂ ਨੇ ਸਵਾਲ ਕੀਤਾ, ਇਸੇ ਤਰ੍ਹਾਂ ਦਾ ਹੀ ਸਵਾਲ ਸੀ। ਤਾਂ ਮੈਂ ਹੱਸ ਕੇ ਜਵਾਬ ਦਿੱਤਾ। ਮੈਂ ਆਖਿਆ ਵੀ ਦੇਖੋ, ਦਾਨ ਤਾਂ ਅਖਬਾਰਾਂ 'ਚ ਪੜ੍ਹਦੇ ਹੈ, ਸੇਵਾ ਕਰੀ ਵੀ ਪੜ੍ਹਦੇ ਹੈ, ਸਕੂਲ ਕਾਲਜ ਬਣਾਏ ਵੀ ਪੜ੍ਹਦੇ ਹੈ ਵੀ ਫਲਾਣੇ ਨੇ ਬਣਾਇਆ, ਮੰਦਿਰ ਗੁਰਦੁਆਰਿਆਂ ਦਾ ਵੀ ਪੜ੍ਹਦੇ ਹੈ ਵੀ ਉਹਨੇ ਬਣਾਏ। ਲੇਕਿਨ ਕਦੇ ਇਹ ਨਹੀਂ ਕਿਸੇ ਨੇ ਅਖਬਾਰ 'ਚ ਛਪਾਇਆ ਵੀ ਮੈਂ ਪਾਪ ਵੀ ਕੀਤੇ ਹੈ। ਕਿਉਂ ਬਈ? ਤੋ ਸੰਤ ਇਸ ਦੁਨੀਆ ਨੂੰ ਕਹਿੰਦੇ ਪੁੰਨਾ ਪਾਪਾਂ ਦੀ ਬੜੀ ਹੋਈ ਹੈ। ਅਗਰ ਸਾਡੇ ਪੁੰਨ ਹੀ ਪੁੰਨ ਹੁੰਦੇ ਤੇ ਅਸੀਂ ਸਵਰਗਾਂ 'ਚ ਬੈਠੇ ਹੁੰਦੇ। ਪਾਪ ਹੀ ਪਾਪ ਹੁੰਦੇ ਸੀ, ਨਰਕਾਂ 'ਚ ਸੜਦੇ ਹੁੰਦੇ। ਕੁਛ ਪੁੰਨ ਕੁਛ ਪਾਪ ਰਲ ਕੇ ਇਨਸਾਨ ਦਾ ਜਾਮਾ ਮਿਲਦਾ ਹੈ। ਇਸ ਨੂੰ ਪੁੰਨਾ ਪਾਪਾਂ ਦੀ ਨਗਰੀ ਕਿਹਾ ਹੈ। ਗੁਰੂ ਸਾਹਿਬ ਕਹਿੰਦੇ ਪਾਪ ਪੁੰਨ ਕੀ ਹੈ ਇਹ ਨਗਰੀਆ। ਇਹ ਨਗਰੀ ਪੁੰਨ ਔਰ ਪਾਪਾਂ ਦਾ। ਸੋ ਉਬਰੇ ਜੋ ਸਤਿਗੁਰ ਸਰਣਈਆ। ਕਿਹਦਾ ਉਧਾਰ ਹੋਏਗਾ? ਵੀ ਜਿਹੜੇ ਗੁਰੂ ਦੀ ਸ਼ਰਨ ਵਿੱਚ ਜਾ ਕੇ ਨਾਮ ਦੀ ਕਮਾਈ ਕਰਦੇ ਹੈ। ਤੋ ਇਸ ਵਾਸਤੇ ਆਪ ਸਾਹਿਬ ਨੇ ਤਾਣਿਆ ਕਾ ਤਾਣ। ਉਹ ਜਦੋਂ ਸੰਤ ਇੱਥੇ ਨਿਮਰਤਾ ਸਿਖਾਉਂਦੇ ਆ, ਸਤਸੰਗ ਦੇ ਵਿੱਚ ਬੈਠ ਕੇ ਅਸੀਂ ਦੇਖਦੇ ਹਾਂ, ਉਸ ਵੇਲੇ ਕੀ ਹੈ? ਨਿਮਰਤਾ ਆ ਜਾਂਦੀ ਹੈ, ਆਜੀ ਆ ਜਾਂਦੀ ਹੈ। ਉਹ ਗਰੀਬ ਨਵਾਜ ਹੈ। ਮਹਾਰਾਜ ਕਿਰਪਾਲ ਕਹਿੰਦੇ ਹੁੰਦੇ ਸੀ ਕਿ ਪ੍ਰਭੂ ਪਾਸ ਸਭ ਕੁਛ ਹੈ, ਤੁਸੀਂ ਜਾਣਾ ਉਹਦੇ ਕੋਲ ਤੇ ਦੀਨਤਾ ਲੈ ਕੇ ਜਾਓ। ਗੁਰੂ ਗੋਬਿੰਦ ਦੀ ਹਿਸਟਰੀ ਦੇ ਵਿੱਚ ਆਉਂਦਾ ਹੈ ਕਿ ਇੱਕ ਪਠਾਨ ਭੁੱਖਾ ਮਰਦਾ ਨੌਕਰੀ ਦੀ ਤਲਾਸ਼ ਵਿੱਚ ਉਹਨਾਂ ਦੇ ਪਾਸ ਗਿਆ। ਉਹਦੇ ਝੋਲੇ ਅੰਦਰ ਕੁੱਤੇ ਦਾ ਮਾਸ ਪਾਇਆ ਹੋਇਆ ਸੀਗਾ ਵੀ ਥੋੜਾ ਬਹੁਤਾ ਪਾਸੇ ਹੋ ਕੇ ਮੈਂ ਖਾ ਲੂੰਗਾ, ਭੁੱਖ ਮਿਟਾ ਲੂੰਗਾ। ਗੁਰੂ ਸਾਹਿਬ ਨੂੰ ਕਿਹਾ ਕਿ ਮੈਨੂੰ ਥੋੜੀ ਬਹੁਤੀ ਜੇ ਨੌਕਰੀ ਮਿਲ ਜਾਵੇ। ਉਹ ਕਹਿੰਦੇ ਆ ਤੇਰੇ ਝੋਲੇ 'ਚ ਕੀ ਹੈ? ਕਹਿੰਦੇ ਜੀ ਮੈਨੂੰ ਕਈ ਰੋਜ਼ ਹੋ ਗਏ ਕੋਈ ਖਾਣਾ ਨਹੀਂ ਮਿਲਿਆ, ਇਹ ਕੁੱਤੇ ਦਾ ਮਾਸ ਹੈ, ਮੈਂ ਥੋੜਾ ਪਾਸੇ ਹੋ ਕੇ ਖਾਊਂਗਾ, ਭੁੱਖਾ ਹੈ। ਗੁਰੂ ਸਾਹਿਬ ਕਹਿਣ ਲੱਗੇ ਅੱਛਾ ਵੀ ਤੈਨੂੰ ਲੰਗਰ 'ਚੋਂ ਅੱਛਾ ਖਾਣਾ ਮਿਲੇਗਾ ਜੈਸਾ ਸਾਨੂੰ ਮਿਲਦਾ ਹੈ, ਤੈਨੂੰ ਰੋਜ਼ ਦੀ ਤਨਖਾਹ ਜਿਹੇ ਜਿਹਾ ਕੰਮ ਕਰਦਾ ਉਹ ਮਿਲੇਗੀ। ਰਿਹਾ ਜਦੋਂ ਚੰਗਾ ਖਾਣਾ ਖਾਧਾ ਤਾਂ ਭਜਨ ਤਾਂ ਤੁਹਾਨੂੰ ਪਤਾ ਹੀ ਹੈ ਨਾ ਕੀਤਾ ਤਾਂ ਮਨ ਦੇ ਵਿੱਚ ਬਲਬਲੇ ਉੱਠਣ ਲੱਗ ਪਏ ਕਿ ਗੁਰੂ ਸਾਹਿਬ ਜਵਾਨ ਹੈ, ਇਹਦੇ ਪਾਸ ਬੜੀਆਂ ਬੜੀਆਂ ਸੋਹਣੀਆਂ ਸੋਹਣੀਆਂ ਔਰਤਾਂ ਆਉਂਦੀਆਂ ਹਨ, ਇਹ ਤਾਂ ਬੜੀਆਂ ਮੌਜਾਂ ਕਰਦਾ ਹੋਣਾ ਹੈ। ਉਹ ਕਦੇ ਕਿਸੇ ਲੜਕੀ ਕਨੀ ਤਕਾਏ, ਕਦੇ ਕਿਸੇ ਕਨੀ ਤਕਾਏ। ਇੱਕ ਦਿਨ ਉਸਨੇ ਗੁਰੂ ਸਾਹਿਬ ਦੇ ਅੱਗੇ ਸਵਾਲ ਕਰ ਦਿੱਤਾ ਕਿ ਮਹਾਰਾਜ ਜੀ ਮੇਰਾ ਮਨ ਮੈਨੂੰ ਬੜਾ ਤੰਗ ਕਰਦਾ ਹੈ, ਪਰ ਜਦ ਮੈਂ ਤੁਹਾਨੂੰ ਦੇਖਦਾ ਹਾਂ ਉਦੋਂ ਕੁਛ ਸ਼ਰਮਿੰਦਗੀ ਵੀ ਆਉਂਦੀ ਹੈ ਵੀ ਇਹ ਬੜੇ ਨੌਜਵਾਨ ਹੈ, ਕਿੰਨੇ ਲੋਕ ਮੰਨਦੇ ਹੈ, ਇਹ ਧੀ ਨੂੰ ਧੀ ਭੈਣ ਨੂੰ ਭੈਣ ਕਿੰਨਾ ਪਿਆਰ ਕਰਦੇ ਨਾਲੇ। ਉਹ ਕਹਿੰਦੇ ਖਾਨ ਸਾਹਿਬ ਤੈਨੂੰ ਫੇਰ ਗੱਲ ਦੱਸਾਂਗੇ, ਅੱਜ ਤੋਂ 8 ਦਿਨ ਨੂੰ ਤੂੰ ਮਰ ਜਾਣਾ ਹੈ, ਤੂੰ ਅੱਛੇ ਅੱਛੇ ਖਾਣੇ ਖਾ ਲੈ, ਤੂੰ ਸਾਡਾ ਬੜਾ ਪਿਆਰਾ ਹੈ। ਹੁਣ ਜਦੋਂ ਮੌਤ ਯਾਦ ਆ ਗਈ, ਉਹਨੇ ਖਾਣੇ ਕੀ ਖਾਣੇ ਸੀਗੇ?
ਗੁਰੂ ਸਾਹਿਬ ਨੇ ਦੂਸਰੇ ਤੀਸਰੇ ਦਿਨ ਪੁੱਛਿਆ ਬੁਲਾ ਕੇ, ਕਿਉਂ ਵੀ ਤੈਨੂੰ ਖਾਣਾ ਅੱਛਾ ਮਿਲਦਾ ਹੈ? ਉਹ ਕਹਿੰਦਾ ਜੀ ਮਿਲਦਾ ਤਾਂ ਸਾਰਾ ਕੁਝ ਹੀ ਹੈ, ਪਰ ਜਦੋਂ ਦਾ ਤੁਸੀਂ ਦੱਸਿਆ ਨਾ ਵੀ ਮਰ ਜਾਣਾ ਹੈ ਤੋ ਬਸ ਹੋਸ਼ ਉੱਡੇ ਪਏ ਹੈ। ਹੁਣ ਕਿ ਤੇਰਾ ਮਨ ਕਿਸੇ ਪਾਸੇ ਵਿਸ਼ੇ ਵਿਕਾਰਾਂ ਨੂੰ ਲਿਜਾਂਦਾ ਹੈ? ਕਹਿੰਦਾ ਨਾ ਜੀ, ਮੌਤ ਹੀ ਦਿਸਦੀ ਹੈ। ਸੋ ਪਿਆਰਿਓ, ਅਸੀਂ ਐਬ ਉਦੋਂ ਕਰਦੇ ਹਾਂ, ਭੋਗਾਂ 'ਚ ਉਦੋਂ ਫਸਦੇ ਹਾਂ ਜਦੋਂ ਅਸੀਂ ਆਪਦੀ ਮੌਤ ਨੂੰ ਭੁੱਲ ਜਾਂਦੇ ਹਾਂ। ਤੋ ਆਪ ਪਿਆਰ ਨਾਲ ਕਹਿੰਦੇ ਹੈ ਕਿ ਸਾਹਿਬ ਨਿਤਾਣਿਆ ਕਾ ਤਾਣ। ਸਾਹਿਬ ਨਿਤਾਣਿਆ ਕਾ ਤਾਣ, ਆਏ ਨ ਜਾਈ ਥਿਰ ਸਦਾ, ਗੁਰ ਸ਼ਬਦੀ ਸੱਚ ਜਾਣ। ਹੁਣ ਆਪ ਪਿਆਰ ਨਾਲ ਕਹਿੰਦੇ ਹੈ ਉਹ ਨਤਾਣਿਆਂ ਦਾ ਤਾਣ ਹੈ, ਨਿਮਾਣਿਆਂ ਨੂੰ ਮਾਣ ਦੇਣ ਵਾਲਾ ਹੈ। ਇਹ ਨਹੀਂ ਕਿ ਸਤਯੁਗ ਵਿੱਚ ਪ੍ਰਮਾਤਮਾ ਤਾਰਦਾ ਸੀ ਜੀਵਾਂ ਨੂੰ, ਦੁਆਪਰ 'ਚ ਨਹੀਂ ਸੀ। ਜੇ ਦੁਆਪਰ ਸੀ ਕਲਯੁਗ 'ਚ ਨਹੀਂ। ਕਹਿੰਦੇ ਨਹੀਂ, ਨਾ ਉਹ ਪ੍ਰਮਾਤਮਾ ਜੰਮਦਾ ਹੈ ਨਾ ਮਰਦਾ ਹੈ, ਉਹ ਥਿਰ ਹੈ, ਸਦਾ ਸੱਚ ਹੈ। ਪਰ ਉਹਦੀ ਪਛਾਣ ਕਦੋਂ ਆਉਂਦੀ ਹੈ? ਜਦ ਕੋਈ ਪੂਰਨ ਗੁਰੂ ਮਿਲ ਜਾਵੇ, ਉਹ ਸਾਨੂੰ ਸ਼ਬਦ ਦਾ ਭੇਦ ਦੇ ਦੇਵੇ, ਅਸੀਂ ਸ਼ਬਦ ਦੀ ਕਮਾਈ ਕਰੀਏ ਜੀ। ਆਈ ਨ ਜਾਈ ਥਿਰ ਸਦਾ, ਗੁਰ ਸ਼ਬਦੀ ਸੱਚ ਜਾਣ। ਜੇ ਕੋ ਹੋਵੇ ਦੁਬਲਾ, ਨੰਗ ਭੁਖ ਕੀ ਪੀਰ, ਦਮੜਾ ਪੱਲੇ ਨਾ ਪਵੇ, ਨਾ ਕੋ ਦੇਵੇ ਤੀਰ। ਹੁਣ ਬੜੇ ਆਪ ਪਿਆਰ ਨਾਲ ਕਹਿੰਦੇ ਹੈ ਕਿ ਬੇਸ਼ੱਕ ਕੋਈ ਦੁਬਲਾ ਪਤਲਾ ਹੈ, ਜਿਵੇਂ ਅਸ਼ਟਾਵਕਰ ਸੀ, ਉਹਦੇ ਸਰੀਰ ਅੰਦਰ 8 ਵਿੰਗ ਸਨ। ਤੋ ਕਈ ਰਾਜਿਆਂ ਨੇ ਆ ਕੇ, ਜਨਕ ਵਰਗਿਆਂ ਨੇ, ਰਿਖੀਆਂ ਮੁਨੀਆਂ ਨੇ ਉਹਨੂੰ ਗੁਰੂ ਧਾਰਨ ਕੀਤਾ ਸੀਗਾ। ਕਬੀਰ ਸਾਹਿਬ ਕਹਿੰਦੇ, ਨਾਮ ਜਪਤ ਕੋੜੀ ਭਲਾ, ਚੋ ਚੋ ਪਏ ਜਿਸ ਜਾਮ, ਕੰਚਨ ਦੇ ਕਿਸ ਕਾਮ ਹੈ ਤੇ ਜੇ ਮੁਖ ਨਾਹੀ ਨਾਮ। ਨਾਮ ਜਪਣ ਵਾਲਾ ਕੋੜੀ ਵੀ ਪ੍ਰਵਾਨ ਹੈ, ਬਨਿਸਬਤ ਉਸ ਦੀ ਜਿਹਦੀ ਸੋਨੇ ਨਾਲ ਦੇ ਮੜੀ ਹੋਈ ਹੈ। ਕਿਸੇ ਨੇ ਨਹੀਂ ਅੱਗੇ ਪੁੱਛਣਾ, ਉਹ ਇੱਥੋਂ ਦਾ ਇੱਥੇ ਹੀ ਰਹਿ ਜਾਣਾ ਹੈ। ਤੋ ਦਮੜਾ ਪੱਲੇ ਨਾ ਪਵੈ, ਭੁੱਖਾ ਨੰਗਾ ਹੋਵੇ, ਨਾ ਕੋ ਦੇਵਾ ਧੀਰ, ਨਾ ਕੋਈ ਧੀਰ ਹੀ ਦੇਵੇ, ਉਹਨੂੰ ਆਸਰਾ ਹੀ ਦੇਵੇ ਕਿ ਮੈਂ ਤੇਰੀ ਮਦਦ ਕਰ ਦੂੰਗਾ। ਹਾਂ ਬਈ, ਦਮੜਾ ਪੱਲੇ ਨਾ ਪਵੇ, ਨਾ ਕੋ ਦੇਵੇ ਤੀਰ, ਸਵਾਰਥ ਸਵਾਉ ਨਾ ਕੋ ਕਰੇ, ਨਾ ਕਿਛ ਹੋਵੇ ਕਾਜ। ਚਿਤ ਆਵੇ ਉਸ ਪਾਰ ਬ੍ਰਹਮ, ਤਾਨੇ ਚੱਲ ਹੋਵੇ ਰਾਜ। ਹੁਣ ਆਪ ਪਿਆਰ ਨਾਲ ਕਹਿੰਦੇ ਹੈ ਕਿ ਕੋਈ ਵੀ ਆਪ ਦੇ ਸਵਾਰਥ ਦੀ ਖਾਤਰ ਵੀ ਉਹਦੀ ਕੋਈ ਮਦਦ ਨਾ ਕਰੇ, ਕੋਈ ਆਸਰਾ ਨਾ ਦੇਵੇ। ਪਰ ਜੇ ਉਹ ਪਰਮਾਤਮਾ ਦੀ ਭਗਤੀ ਕਰਦਾ ਹੈ ਤੇ ਉਹਦਾ ਰਾਜ, ਕਿਉਂਕਿ ਪਰਮਾਤਮਾ ਨਿਹਚਲ ਹੈ, ਨਾ ਉਹ ਆਉਂਦਾ ਹੈ ਨਾ ਜਾਂਦਾ ਹੈ, ਪਰਮਾਤਮਾ 'ਚ ਮਿਲ ਕੇ ਉਹ ਵੀ ਨਿਹਚਲ ਹੋ ਗਿਆ। ਗੁਰੂ ਗੋਬਿੰਦ ਸਿੰਘ ਦੀ ਬਾਣੀ ਚਾਹੁੰਦਾ ਹੈ, ਤੁਸੀਂ ਆਮ ਭੋਗ ਤੇ ਦੋੜਾ ਪੜ੍ਹਦੇ ਹੋ, ਨਾਮ ਰਹਿਓ ਸਾਧੂ ਰਹਿਓ, ਰਹਿਓ ਗੁਰੂ ਗੋਬਿੰਦ, ਕਹੋ ਨਾਨਕ ਕਿਸੇ ਜਗਤ ਮੇਂ ਕਿਨ ਜਪਿਆ ਗੁਰੂ ਮੰਥ। ਕੌਣ ਸਦਾ ਰਹੇਗਾ ਵੀ? ਇੱਕੋ ਪਰਮਾਤਮਾ। ਜਾਂ ਜਿਹਨੇ ਪਰਮਾਤਮਾ ਦੀ ਭਗਤੀ ਕਰਕੇ ਪਰਮਾਤਮਾ ਰੂਪ ਹੋ ਗਿਆ ਹੈ ਜੀ।
ਚੇਤੇ ਆਵੇ ਉਸ ਪਾਰ ਬ੍ਰਹਮ, ਤਾਨੇ ਚਲ ਹੋਵੇ ਰਾਜ। ਜਾ ਕੋ ਚਿੰਤਾ ਬਹੁਤ ਬਹੁਤ, ਦੇਹੀ ਵਿਆਪੈ ਰੋਗ। ਗ੍ਰਸਤ ਕੁਟੰਬ ਪਲੇਟਿਆ, ਕਦੇ ਹਰਖ ਕਦੇ ਸੋਗ। ਹੁਣ ਆ ਪਿਆਰ ਨਾਲ ਕਹਿੰਦੇ ਹੈ ਕਿ ਜਿਸ ਦੀ ਦੇਹੀ ਨੂੰ ਰੋਗ ਲੱਗੇ ਹੈ, ਅਗਰ ਫਿਰ ਵੀ ਉਹ ਰੋਗਾਂ ਦੀ ਪਰਵਾਹ ਨਹੀਂ ਕਰਦਾ, ਜੇ ਮੈਂ ਉੱਪਰ ਹੀ ਦੱਸਿਆ ਸੀ ਕਿ ਬਹਾਨੇ ਨਹੀਂ ਕੱਢਦਾ, ਪਰਮਾਤਮਾ ਦੀ ਭਗਤੀ ਕਰਦਾ ਹੈ, ਕਿੰਨਾ ਹੀ ਉਹ ਗ੍ਰਸਤ ਦੇ ਵਿੱਚ ਲਵੇਟਿਆ ਹੋਇਆ ਹੈ। ਘਰ ਦੇ ਵਿੱਚ ਖੁਸ਼ੀ ਹੋਈ, ਮੁੰਡਾ ਜੰਮਿਆ ਪਾਰਟੀਆਂ ਕਰਤੀਆਂ, ਖੁਸ਼ੀ ਮਨਾ ਲਈ, ਸ਼ਾਦੀ ਆਈ ਪਾਰਟੀਆਂ ਕੀਤੀਆਂ, ਮੌਤ ਆਈ ਤੇ ਰੋਣ ਲੱਗ ਗਿਆ। ਇਹਦੇ ਵਿੱਚ ਉਹ ਕਦੇ ਹੱਸਣ 'ਚ ਕਦੇ ਰੋਣ 'ਚ, ਇਸੇ ਤਰ੍ਹਾਂ ਜ਼ਿੰਦਗੀ ਜਾਂਦੀ ਹੈ। ਹਾਂ, ਗ੍ਰਸਤ ਕੁਟੰਬ ਪਲੇਟਿਆ, ਕਦੇ ਹਰਖ ਕਦੇ ਸੋਗ। ਗੌਣ ਕਰੇ ਚੌਕੁੰਟ ਕਾ, ਕੜੀ ਨ ਬੈਸਣ ਸੋਏ। ਚੇਤੇ ਆਵੇ ਉਸ ਪਾਰ ਬ੍ਰਹਮ, ਤਨ ਮਨ ਸੀਤਲ ਹੋਏ। ਹੁਣ ਆ ਪਿਆਰ ਨਾ ਕਹਿੰਦੇ ਆ, ਭਾਵੇਂ ਜਾਨਵਰ ਦੀ ਤਰ੍ਹਾਂ, ਬੌਰਿਆਂ ਦੀ ਤਰ੍ਹਾਂ ਦਿਨ ਰਾਤ ਉੜਦਾ ਫਿਰੇ, ਕਿਤੇ ਟਿਕ ਨਾ ਸਕਦਾ ਹੋਵੇ, ਬੇਚੈਨੀ ਇੰਨੀ ਸਰੀਰ ਨੂੰ ਹੋਵੇ, ਪਰ ਫਿਰ ਵੀ ਜੇ ਨਾਮ ਨਾਲ ਸੁਰਤ ਲੱਗੀ ਹੈ ਤਾਂ ਕਹਿਣ ਲੱਗੇ ਫਿਰ ਵੀ ਉਹ ਮਾਲਕ ਉਹਦੀ ਸੰਭਾਲ ਕਰਦਾ ਹੈ ਜੀ। ਚੇਤੇ ਆਵੇ ਉਸ ਪਾਰ ਬ੍ਰਹਮ, ਤਨ ਮਨ ਸੀਤਲ ਹੋਏ। ਕਾਮ ਕ੍ਰੋਧ ਮੋਹ ਵਸ ਕੀਆ, ਕਿਰਪਨ ਲੋਭ ਪਿਆਰ। ਚਾਰੇ ਕਿਲ ਵਿਖ ਉਨ ਅਗ ਕੀਏ, ਹੋਆ ਅਸਰ ਸੰਘਾਰ। ਹੁਣ ਗੁਰੂ ਸਾਹਿਬ ਪਿਆਰ ਨਾਲ ਕਹਿੰਦੇ ਆ, ਅਗਰ ਕੋਈ ਕਾਮ ਕ੍ਰੋਧ ਦੇ ਵਿੱਚ ਲਿਪਟਿਆ ਹੋਇਆ ਹੈ, ਛੱਡ ਨਹੀਂ ਸਕਦਾਗਾ, ਫਿਰ ਵੀ ਅਗਰ ਉਹ ਨਾਮ ਦੀ ਕਮਾਈ ਕਰਦਾ ਹੈ, ਕਿਉਂਕਿ ਜਿੱਥੇ ਦਿਨ ਆ ਉੱਥੇ ਰਾਤ ਨਹੀਂ, ਜਿੱਥੇ ਰਾਤ ਆ ਉੱਥੇ ਦਿਨ ਨਹੀਂ, ਜਿੱਥੇ ਨਾਮ ਪ੍ਰਗਟ ਹੈ ਉੱਥੇ ਕਾਮ ਦਾ ਬਾਜ ਪਰ ਨਹੀਂ ਮਾਰਦਾਗਾ। ਤੁਸੀਂ ਦੇਖ ਲਓ, ਜਿੱਥੇ ਚਿੜੀਆਂ ਬੈਠੀਆਂ ਹੈ, ਬਾਜ ਦੀ ਛਾਇਆ ਪੈ ਜੇ ਸਭ ਛਹਿ ਜਾਂਦੀਆਂ, ਉੱਡ ਜਾਂਦੀਆਂ ਹਨ। ਇਸ ਵਾਸਤੇ ਆ ਪਿਆਰ ਨਾਲ ਕਹਿੰਦੇ ਹੈ, ਚਾਰੇ ਕਿਲ ਵਿਖ ਉਹਨੇ ਅਗ ਕੀਏ। ਇੰਨੇ ਪਾਪ ਕੀਤੇ ਹੋਣ, ਇਹ ਚਾਰ ਪਾਪ ਬੜੇ। ਗੁਰੂ ਅਰਜਨ ਦੇਵ ਨੇ ਕਿਹਾ ਹੈ, ਪਰਾਈ ਇਸਤਰੀ ਨਾ ਭੋਗ, ਗਊ ਨੂੰ ਮਾਰਨਾ, ਕਿਸੇ ਸਾਧੂ ਨੂੰ ਮਾਰਨਾ, ਕਿਸੇ ਦਾ ਮਾਲ ਚੁਰਾ ਕੇ ਲਿਜਾਣਾ। ਕਹਿਣ ਲੱਗੇ ਐਸੇ ਆਦਮੀ ਵੀ ਅਗਰ ਭਗਤੀ ਕਰਨ ਲੱਗ ਜਾਂਦੇ ਹੈ, ਕਿਉਂਕਿ ਬੜੇ ਬੜੇ ਚੋਰ ਡਾਕੂ ਸੰਤਾਂ ਦੀ ਸੰਗਤ ਦੇ ਵਿੱਚ ਆ ਕੇ ਮਹਾਤਮਾ ਬਣ ਜਾਂਦੇ ਹੈ, ਕੰਨੀ ਹੱਥ ਲਾ ਲੈਂਦੇ ਹੈ ਕਿ ਇਸ ਤੋਂ ਬਾਅਦ ਨਹੀਂ ਮੈਂ ਕਰਦਾਗਾ। ਬਾਹਰੋਂ ਪੱਛਮ 'ਚੋਂ ਇੱਕ ਲੜਕੀ ਆਈ, ਸਤਸੰਗ ਸੁਣਿਆ, ਬੜੇ ਉਹ ਪਿਆਰ ਨਾਲ ਮੈਨੂੰ ਕਹਿਣ ਲੱਗੀ ਕਿ ਮੈਨੂੰ ਚੋਰੀ ਦੀ ਆਦਤ ਹੈ। ਮੈਂ ਉਹਦੇ ਕੰਨੀ ਦੇਖ ਕੇ ਕਾਫੀ ਹੱਸਿਆ। ਉਹ ਕਹਿਣ ਲੱਗੀ, ਉਹ ਬੋਲੀ ਗਈ, ਕਹਿਣ ਲੱਗੀ ਮੈਂ ਤੇਰੇ ਸਾਹਮਣੇ ਖੜ ਕੇ ਵਾਅਦਾ ਕਰਦੀ ਹਾਂ,
मैं चोरी नहीं करूंगी। मैनू पता लग्या कि गुरु पीर हामा नहीं भरदा चोर दा। मैं आख्या भी हाँ, ਇਹਦੇ ਵਿੱਚ ਕੀ है? गुर पीर हामा तां भरे, चोर की हामा भरे ना कोई, चोर किया चंगा क्यों होए। 15 साल हो गया, आम मिलदी है, मैं ਉਹ ਕਹਿੰਦੀ ਮੈਂ ਆਤ ਛੱਡਤੀ ਹੈ। ਸੋ ਪਿਆਰਿਓ, ਮਹਾਤਮਾ ਦੀ ਸੰਗਤ ਦੇ ਵਿੱਚ ਆ ਕੇ ਤੁਸੀਂ ਦੇਖ ਲਓ, ਬਿਧੀ ਚੰਦ ਚੋਰ ਸੀ, ਭੂਮੀਆ ਚੋਰ ਸੀ, ਸਾਰੇ ਮਹਾਤਮਾ ਬਣ ਗਏ। ਮਹਾਰਾਜ ਸਾਵਣ ਸਿੰਘ ਦੀ ਸੰਗਤ ਦੇ ਵਿੱਚ ਕਈ ਐਸੇ ਪੁਰਸ਼ ਆ ਕੇ ਮਹਾਤਮਾ ਬਣੇ। ਸੋ ਇਸ ਵਾਸਤੇ ਆ ਪਿਆਰ ਨਾਲ ਕਹਿੰਦੇ ਆ, ਚਾਰੇ ਕਿਲ ਵਿਕ ਉਨਾਕ। ਮਹਾਰਾਜ ਕਿਰਪਾਲ ਕਹਿੰਦੇ ਹੁੰਦੇ ਸੀਗੇ ਕਿ ਸੰਤ ਇਹ ਨਹੀਂ ਕਹਿੰਦੇ ਗੇ ਵੀ ਸਾਡੇ ਕੋਲੇ ਪੁੰਨੀ ਆਉਣ। ਮਸਲਾ ਇਹ ਹੈ ਕਿ ਜਿੱਦੇ ਨਾਮ ਲੈ ਲਿਆ ਉਹਦੇ ਤੋਬਾ ਕਰ ਜਾਓ। ਇਹ ਨਹੀਂ ਕਿ ਨਾਮ ਲੈ ਕੇ ਵੀ ਚੋਰੀਆਂ, ਠੱਗੀਆਂ, ਬੇਈਮਾਨੀਆਂ ਕਰਦੇ ਫਿਰੋ ਬਈ ਫੇਰ ਤੁਹਾਡੀ ਕੌਣ, ਹਮ ਹੀ ਕਰੇਗਾ। ਗੁਰੂ ਨਾਨਕ ਨੇ ਕਿਹਾ ਸੀਗਾ ਕਿ ਹੱਕ ਪਰਾਇਆ ਨਾਨਕਾ ਉਹ ਸੂਰ ਸੁਗਾਏ, ਗੁਰ ਪੀਰ ਹਾਮਾ ਤਾਂ ਭਰੇ ਜੇ ਮੁਰਦਾਰ ਨਾ ਖਾਏ। ਹਿੰਦੂਆਂ ਦਾ ਗੁਰੂ, ਮੁਸਲਮਾਨਾਂ ਦਾ ਪੀਰ, ਕਿਉਂਕਿ ਇਹ ਮੱਕੇ ਦੇ ਵਿੱਚ ਸਵਾਲ ਕੀਤੇ ਸੀ ਗੁਰੂ ਨਾਨਕ ਤੋਂ। ਉਹ ਕਹਿਣ ਲੱਗੇ ਬਈ ਗੁਰੂ ਤੇ ਪੀਰ ਹਮ ਹੀ ਤਾਂ ਭਰਨਗੇ ਜੇ ਤੁਸੀਂ ਪਰਾਇਆ ਮਾਲ ਜਿਹੜਾ ਹੈ ਉਹ ਮੁਰਦਾ ਹੈ ਉਹਨੂੰ ਨਾ ਅੰਗੀਕਾਰ ਕਰੋਗੇ। ਇਸ ਵਾਸਤੇ ਆ ਪਿਆਰ ਨਾਲ ਕਹਿੰਦੇ ਹੈ, ਚਾਰੇ ਕਿਲ ਵਿਕ ਉਨਾਕ ਕੀ ਹੋ ਆਸਰ ਸੰਗ। ਮਹਾਰਾਜ ਕਿਰਪਾਲ ਕਹਿੰਦੇ ਹੁੰਦੇ ਸੀਗੇ ਕਿ ਜਦ ਨਾਮ ਲੈ ਲਿਆ ਹੈ ਉੱਥੇ ਹੀ ਖੜ ਜਾਓ, ਪਿੱਛੇ ਜੋ ਕਰਦੇ ਹੋ ਉਹਨਾਂ ਨੂੰ ਛੱਡ ਜਾਓ। ਕੰਨੀ ਹੱਥ ਲਾ ਲਓ ਕਿ ਮੁੜ ਕੇ ਨਹੀਂ ਕਰਾਂਗੇ ਜੀ। ਚਾਰੇ ਕਿਲ ਵਿਖ ਉਨ ਅਗ ਕੀਏ, ਹੋਆ ਅਸਰ ਸੰਘਾਰ। ਪੋਥੀ ਗੀਤ ਕਛ ਕਰ ਪੋਥੀ ਗੀਤ, ਪੋਥੀ ਗੀਤ, ਪੋਥੀ ਗੀਤ ਕਵਿਤ ਕਿਛ ਕਦੇ ਨਾ ਕਾਰਣ ਤਰਿਆ। ਚੇਤੇ ਆਵੇ ਉਸ ਪਾਰ ਬ੍ਰਹਮ, ਤਾਂ ਨਿਮਖ ਸਿਮਰਤ ਤਰਿਆ। ਹੁਣ ਗੁਰੂ ਸਾਹਿਬ ਕਹਿੰਦੇ ਆ ਬੇਸ਼ੱਕ ਉਸਨੇ ਕਦੇ ਕਿਸੇ ਥਾਂ ਜਾ ਕੇ ਕਥਾ ਨਹੀਂ ਸੁਣੀ। ਅਸੀਂ ਤਾਂ ਹੁਣ ਦਿਨ ਰਾਤ ਤੁਹਾਨੂੰ ਪਤਾ ਹੈ ਕਿ ਤੋਤੇ ਦੀ ਤਰ੍ਹਾਂ ਰਟੀ ਜਾਂਦੇ ਹੈ, ਉਸ ਤੇ ਅਮਲ ਨਹੀਂ ਕਰਦੇ। ਗੁਰੂ ਸਾਹਿਬ ਕਹਿੰਦੇ ਆ ਬੇਸ਼ੱਕ ਉਹਨੇ ਕਿਸੇ ਦੀ ਕਵਿਤਾ, ਗੀਤ, ਕਵਿਤ ਕੁਛ ਨਾ ਸੁਣਾ ਹੋਵੇ, ਕੋਈ ਸ਼ਾਸਤਰ ਨਾ ਸੁਣਿਆ ਹੋਵੇ, ਪਰ ਜੇ ਉਹ ਪਰਮਾਤਮਾ ਦਾ ਸਿਮਰਨ ਕਰਦਾ ਹੈ ਤਾਂ ਉਹਨੂੰ ਜਮ ਨੇੜੇ ਨਹੀਂ ਆਉਂਦੇਗੇ। ਕਿਉਂਕਿ ਜੇ ਜਮਾਂ ਦੇ ਨਾਲ ਹੀ ਜਾਣਾ ਹੈ ਤੇ ਪੂਰੇ ਗੁਰ ਦਾ ਸਿਮਰਨ ਕਰਨ ਦਾ ਕੀ ਫਾਇਦਾ ਬਈ। ਐਸੇ ਗੁਰੂ ਨੂੰ ਦੂਰੋਂ ਹੀ ਸਲਾਮ ਅੱਛੀ ਹੈ, ਪਰ ਜੇ ਸਿੱਖ ਆਪਦੀ ਡਿਊਟੀ ਵਜਾਉਂਦਾ ਤਾਂ ਇਹ ਨਹੀਂ ਕਿ ਸਿੱਖ ਤਾਂ ਸ਼ਰਾਬਾਂ ਕਬਾਬਾਂ 'ਚ ਲੱਗਿਆ ਹੋਇਆ ਹੈ ਤਾਂ ਫੇਰ ਇਹ ਕਹੇ ਮਹਾਰਾਜ ਜੀ ਮੇਰੇ ਤੇ ਦਇਆ ਕਰੋ। ਕਿਉਂ ਬਈ, ਗੁਰੂ ਨੂੰ ਕੋਈ ਕਰਜ਼ਾ ਤਾਂ ਨਹੀਂ ਚੁੱਕੀ ਬੈਠਾ ਕਿਸੇ ਦਾ। ਸਿੱਖ ਦਾ ਧਰਮ ਹੈ ਕਿ ਉਹ ਸਿੱਖ ਬਣੇ, ਜੋ ਸਿੱਖਿਆ ਲਈ ਹੈ ਉਸ ਤੇ ਚੱਲੇ ਜੀ। ਚਿਤ ਆਵੇ ਉਸ ਪਾਰ ਬ੍ਰਹਮ, ਤਾਂ ਨਿਮਖ ਸਿਮਰਤ ਤਰਿਆ। ਥੋੜੇ ਚਿਰ ਦਾ ਹੀ ਸੱਚੇ ਦਿਲ ਨਾਲ ਸਿਮਰਨ ਕੀਤਾ, 9 ਦੁਆਰੇ ਖਾਲੀ ਕਰਕੇ ਜਦ ਅਸੀਂ ਅੱਖਾਂ ਪਿੱਛੋਂ ਆਉਂਦੇ ਆ, ਸ਼ਬਦ ਨਾਲ ਜੁੜ ਜਾਂਦੇ ਆ, ਉਹ ਪਿਆਰਿਓ ਇੰਨਾ ਹੀ ਕੰਮ ਸੇਵਕ ਦਾ। ਗੁਰੂ ਗੋਬਿੰਦ ਸਿੰਘ ਨੇ ਕਿਹਾ ਸੀ ਏਕ ਚਿਤ ਜੋ ਇੱਕ ਛਿਨ ਧਿਆਵੈ, ਕਾਲ ਫਾਸ ਕੇ ਵਿੱਚ ਨਹੀਂ ਆਵੈ। ਸਭ ਸੰਤਾਂ ਦਾ ਇੱਕੋ ਹੀ ਬਚਨ ਹੈ ਜੀ। ਚੇਤੇ ਆਵੇ ਉਸ ਪਾਰ ਬ੍ਰਹਮ, ਤਾਂ ਨਿਮਖ ਸਿਮਰਤ ਤਰਿਆ। ਸ਼ਾਸਤ ਸਿਮਰਤ ਬੇਦ,
ਚਾਰ ਮੁਖਾਗਰ ਬੀਚਰੇ ਤਪੇ ਤਪੀਸਰ ਜੋਗੀਆ ਤੀਰਥ ਗਮਨ ਕਰੇ। ਪਹਿਲਾਂ ਗੁਰੂ ਸਾਹਿਬ ਨੇ 4 ਪੌੜੀਆਂ ਦੇ ਵਿੱਚ ਨਾਮ ਜਪਣ ਵਾਲਿਆਂ ਦੀ ਮਹਿਮਾ ਕੀਤੀ, ਗੁਰਮੁਖਾਂ ਦੀ ਮਹਿਮਾ ਕੀਤੀ ਕਿ ਕਿਸ ਤਰ੍ਹਾਂ ਉਹ ਪਰਮਾਤਮਾ ਦੀ ਭਗਤੀ ਕਰਦੇ ਆ ਤੇ ਉਹਨਾਂ ਜੰਮਦੇ ਵਸ ਨਹੀਂ ਜਾਂਦੇਗੇ, ਗੁਰੂ ਉਹਨਾਂ ਦੀ ਜ਼ਰੂਰ ਸੰਭਾਲ ਕਰਦਾ ਹੈ। ਹੁਣ ਆਪ ਜੋ ਬਾਹਰ ਮੁਖੀ ਅਸੀਂ ਹਠ ਯੋਗ ਦੇ ਵਿੱਚ ਕਰਮ ਕਰਦੇ ਹਾਂ ਉਹਨਾਂ ਦਾ ਜ਼ਿਕਰ ਕਰਦੇ ਹੈ ਇਹ 4 ਪੌੜੀਆਂ ਦੇ ਵਿੱਚ। ਹਾਂ ਫਿਰ ਬੋਲੀਏ ਇਹੀ ਸ਼ਾਸਤ ਸਿਮਰਤ ਵੇਦ ਚਾਰ ਮੁਖਾਗਰ ਬੀਚਰੇ ਤਪੇ ਤਪੀਸਰ ਜੋਗੀਆ ਤੀਰਥ ਗਮਨ ਕਰੇ। 18 ਪੁਰਾਣ ਹੈ, 6 ਸ਼ਾਸਤਰ ਹੈ, 4 ਵੇਦ ਹੈ। ਆਪ ਕਹਿਣ ਲਗੇ ਸਾਰੇ ਉਹਦੇ ਜਵਾਨੀ ਯਾਦ ਹੋ ਜਾਣ। ਥੋੜੀ ਬਹੁਤ ਆਤਾ ਜਿਹੜਾ ਅਸੀਂ ਬਾਣੀ ਪੜ੍ਹਦੇ ਹਾਂ, ਜਪਜੀ ਸਾਹਿਬ ਕੰਠ ਕਰ ਲਿਆ, ਰਹਿ ਰਾਸ ਕਰ ਲਈ, ਸੁਖਮਨੀ ਸਾਹਿਬ ਕਰ ਲਿਆ, ਕਿਉਂਕਿ ਮੇਰੇ 8 ਬਾਣੀਆਂ ਤਾਂ ਰੋਜ਼ ਦਾ ਮੇਰਾ ਪਾਠ ਸੀਗਾ। ਬੜੇ ਪਿਆਰ ਨਾਲ ਸ਼ਰਧਾ ਨਾਲ ਜਵਾਨੀ ਯਾਦ ਸਨ। ਹੁਣ ਵੀ ਬਥੇਰੀ ਮੇਰੇ ਬਾਣੀ ਉਹ ਯਾਦ ਹੈ, ਬਚਪਨੇ ਦਾ ਜਿਹੜਾ ਰਟਾ ਲਾਇਆ ਸੀਗਾ। ਤੋ ਇਸ ਵਾਸਤੇ ਆ ਪਿਆਰ ਨਾਲ ਕਹਿੰਦੇ ਇਦੋਂ ਵੀ ਛੱਡ ਕੇ ਅਗਰ ਕੋਈ 6 ਸ਼ਾਸਤਰ 18 ਪੁਰਾਣ और 4 वेद मुंह जवानी याद कर ले तो तप धूणियां भी तपा ले, तपियां दा भी सरदार बन जे, महातपी हो जावे, जल धारा भी कर ले, योगी भी क्यों ना बन जावे कंन पड़ा के, फिर भी कहते परमात्मा नहीं मिलता, ਉਹਦੇ मन ਨੂੰ शांति नहीं आउंदी। तपिया दूना जला जी। तपे तपीसर जोगिया तीरथ गमन करे। ਹੁਣ ਆਮ ਤੁਸੀਂ ਦੇਖਦੇ ਹੋ ਜਿੱਥੇ ਕਿਸੇ ਸੰਤ ਮਹਾਤਮਾ ਕੋਈ ਥੋੜਾ ਚਿਰ ਬੈਠੇ ਹੁੰਦੇ ਆ, ਆਮ ਅਸੀਂ ਉੱਥੇ ਤਲਾਬ ਬਣਾ ਲੈਂਦੇ ਹਾਂ, ਅਸੀਂ ਉੱਥੋਂ ਨਹਾਉਣ ਦੀ ਮੁਕਤੀ ਸਮਝਦੇ ਹਾਂ। ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਤੁਸੀਂ ਸਾਰੀ ਧਰਤੀ ਦੇ ਤੀਰਥ ਵੀ ਕਿਉਂ ਨਾ ਫਿਰਿਆਓ, ਫਿਰ ਵੀ ਇਹ ਬਦਨ ਦੀ ਮੈਲ ਲਾਉਣਗੇ। ਆਤਮਾ ਦੀ ਮੈਲ ਤਾਂ ਅੰਦਰ ਨਾਮ ਨਾ ਉਤਰੇਗੀ, ਸਿਮਰਨ ਨਾ ਉਤਰੇਗੀ ਜੀ। ਤਪੇ ਤਪੀਸਰ ਜੋਗੀਆ ਤੀਰਥ ਗਵਨ ਕਰੇ। ਖਟ ਕਰਮਾਂ ਤੇ ਦੁਗਣੇ ਪੂਜਾ ਕਰਤਾ ਨਾਏ। ਰੰਗ ਨ ਲੱਗੀ ਪਾਰ ਬ੍ਰਹਮ ਤਾਂ ਸਰ ਪਰ ਨਰ ਕੇ ਜਾਏ। ਹੁਣ ਗੁਰੂ ਸਾਹਿਬ ਪਿਆਰ ਨਾਲ ਕਹਿੰਦੇ ਹੈ ਕਿ ਦੇਖੋ ਪਿਆਰਿਓ, ਹਿੰਦੂ ਸ਼ਾਸਤਰਾਂ ਦੇ ਅੰਦਰ ਖਟ ਕਰਮਾਂ ਦੀ 6 ਕਰਮਾਂ ਦੀ ਬੜੀ ਮਹਾਨਤਾ ਹੈ। ਜਗ ਕਰਨਾ, ਕਰਾਉਣਾ, ਦਾਨ ਦੇਣਾ, ਲੈਣਾ, ਵਿਦਿਆ ਪੜ੍ਹਨੀ ਔਰ ਪੜ੍ਹਾਉਣੀ। ਤੇ ਗੁਰੂ ਸਾਹਿਬ ਕਹਿੰਦੇ ਖਟ ਕਰਮਾਂ ਤੋਂ ਦੁੱਗਣੇ ਅਗਰ ਕੋਈ 12 ਕਰਮ ਹੋਰ, ਸੰਧਿਆ, ਤਰਪਣ, ਗਾਇਤਰੀ, ਇਹ ਹੋਰ ਵੀ ਪਾਠ ਕਰ ਲੇ ਤੋ ਕਹਿਣ ਲਗੇ ਜੇ ਉਹ ਪਰਮਾਤਮਾ ਦੀ ਭਗਤੀ ਨਹੀਂ ਕਰਦਾਗਾ, ਪਾਰ ਬ੍ਰਹਮ ਚ ਨਹੀਂ ਪਹੁੰਚਿਆ ਤਾਂ ਬਿਲਕੁਲ ਪੱਕੇ ਵਾਅਦੇ ਨਾਲ ਕਹਿੰਦੇ ਕੋਈ ਨਰਕ ਨੂੰ ਜਾਏਗਾ। ਕਿਉਂਕਿ ਉਹਨਾਂ ਮਹਾਤਮਾ ਦੀ ਬਾਣੀ ਹੈ ਜਿਨ੍ਹਾਂ ਦੀਆਂ ਅੱਖਾਂ ਖੁੱਲੀਆਂ ਹਨ। ਸੰਤਨ ਕੀ ਸੁਣ ਸਾਚੀ ਸਾਖੀ, ਜੋ ਬੋਲਣ ਸੋ ਪੇਖਣ ਆਖੀ। ਮਹਾਤਮਾ ਸਿਰਫ ਡਰਾਉਣ ਵਾਸਤੇ ਬਾਣੀਆਂ ਨਹੀਂ ਲਿਖਦੇ ਹੁੰਦੇਗੇ, ਇਹਨਾਂ ਦੀ ਬਾਣੀ ਜਥਾ ਰਥ ਹੁੰਦੀ ਹੈ, ਨਾ ਭਿਆਨਕ ਹੈ। ਇਸ ਵਾਸਤੇ ਆਪ ਪਿਆਰ ਨਾਲ ਕਹਿੰਦੇ ਹੈ ਆਮ ਕੀ ਸਾਨੂੰ ਕਰਦੇ ਹੈ ਜਾਂ ਤਾਂ ਨਰਕਾਂ ਦਾ ਡਰ ਦੇ ਕੇ
ਧਈਆਂ ਸਵਰਗਾਂ ਦਾ ਲਾਲਚ ਦੇ ਕੇ। ਤੋ ਸੰਤਾਂ ਦੀ ਬਾਣੀ ਨਾ ਨਰਕਾਂ ਦਾ ਡਰ ਦਿੰਦੀ ਹੈ, ਨਾ ਸਵਰਗਾਂ ਦਾ ਲਾਲਚ ਦਿੰਦੀ ਹੈ। ਕਬੀਰ ਸਾਹਿਬ ਕਹਿੰਦੇ ਕਿਆ ਨਰਕ ਕਿਆ ਸਵਰਗ, ਸੰਤਨ ਦੋ ਹੂੰ ਰਾਦੇ, ਹਮ ਕਾਹੂ ਕੀ ਕਾਣ ਨਾ ਕਰਦੇ, ਆਪਣੇ ਗੁਰ ਪ੍ਰਸਾਦੇ। ਉਹ ਨਾ ਆਪਦੇ ਸੇਵਕਾਂ ਨੂੰ ਸਵਰਗਾਂ ਦੀ ਆਸ ਬਣਾਉਂਦੇ ਆ, ਨਾ ਨਰਕਾਂ ਤੋਂ ਡਰਾਉਂਦੇ ਹੈ। ਉਹ ਤਾਂ ਉਸ ਸ਼ਬਦ ਰੂਪ ਗੁਰੂ ਦੇ ਨਾਲ, ਪ੍ਰਮਾਤਮਾ ਦੇ ਨਾਲ ਜੋੜਦੇ ਹੈ। ਦੇਖ ਬਈ, ਤੇਰਾ ਰਸਤਾ ਸੱਚਖੰਡ ਹੈ, ਸੱਚਖੰਡ ਤੋਂ ਸ਼ਬਦ ਉੱਠ ਰਿਹਾ ਹੈ, ਉਹਦੇ ਨਾਲ ਜੁੜ ਜੀ। ਰੰਗ ਨ ਲੱਗੀ ਪਾਰ ਬ੍ਰਹਮ, ਤਾਂ ਸਰ ਪਰ ਨਰ ਕੇ ਜਾਏ। ਰਾਜ ਮਿਲਕ ਸਿਕਦਾਰੀਆਂ, ਰਸ ਭੋਗਣ ਬਿਸਥਾਰ। ਬਾਗ ਸੁਹਾਵੇ ਸੋਹਣੇ, ਚਲੇ ਹੁਕਮ ਅਫਾਰ। ਅਗਰ ਚੰਗੇ ਕਰਮਾਂ ਦਾ ਨਾਮ ਧਰਮਰਾਜ ਦੇਵੇ, ਉਸ ਨੂੰ ਰਾਜਾ ਬਣਾ ਦੇਵੇ, ਰਾਣੀ ਬਣਾ ਦੇਵੇ। ਸੋਨੇ ਦੇ ਰੱਥ, ਮੇਰਾ ਖਿਆਲ ਹੈ ਬਹੁਤ ਆਦਮੀਆਂ ਨੂੰ ਮੌਕਾ ਮਿਲਦਾ ਹੀ ਹੋਣਾ ਹੈ। ਅੱਜ ਵੀ ਪੁਰਾਣੇ ਰਾਜਿਆਂ ਦੇ ਜਾ ਕੇ ਆਪਾਂ ਯਾਦਗਾਰਾਂ ਦੇਖਦੇ ਹਾਂ, ਤੁਹਾਨੂੰ ਦੇਖਣ ਨੂੰ ਮਿਲ ਜਾਂਦੀਆਂ ਹਨ। ਲੇਕਿਨ ਮੇਰਾ ਜਾਤੀ ਤਜਰਬਾ ਇਸ ਤਰ੍ਹਾਂ ਹੋਇਆ ਕਿ ਜਦ ਪੈਪਸੂ ਬਣਿਆ ਹੈ, ਉਦੋਂ ਸਾਡੀ ਅੰਗਰੇਜ਼ਾਂ ਤੋਂ ਬਦਲੀ ਹੋ ਕੇ ਇੱਧਰ ਪੈਪਸੂ ਵਿੱਚ ਹੋਈ ਸੀ। ਤੋ ਰਾਜਾ ਪਟਿਆਲਾ ਪ੍ਰਮੁੱਖ ਬਣਿਆ ਸੀਗਾ। ਤੋ ਜੋ ਵੀ ਹੋਰ ਰਿਆਸਤਾਂ ਦਾ ਸਮਾਨ ਸੀਗਾ, ਉਹ ਸਾਰਾ ਉਠਾ ਕੇ ਫੌਜੀਆਂ ਤੋਂ ਉੱਥੇ ਪਟਿਆਲੇ ਲੈ ਗਿਆ ਸੀਗਾ। ਉਹ ਜਿਹੜੇ ਰਾਜਿਆਂ ਦੇ ਸੋਨੇ ਦੇ ਬਰਤਨ ਸੀ, ਜਾਂ ਜਿਨ੍ਹਾਂ 'ਚ ਰਾਣੀਆਂ ਡੋਲੀ ਸੋਨੇ ਦੀਆਂ 'ਚ ਬੈਠ ਕੇ ਆਉਂਦੀਆਂ ਸਨ, ਉਦੋਂ ਰੱਥ ਹੁੰਦੇ ਸੀਗੇ ਸੋਨੇ ਦੇ, ਉਹ ਸਾਰਾ ਕੁਝ ਹੀ ਅਸੀਂ ਚੱਕ ਕੇ ਗੱਡੀਆਂ 'ਚ ਧਰਿਆ ਦੇਖਿਆ ਹੈ। ਤੋ ਗੁਰੂ ਸਾਹਿਬ ਕਹਿਣ ਲੱਗੇ ਵੀ ਚਾਹੇ ਇਹਨਾਂ 'ਚ ਵੀ ਤੁਹਾਨੂੰ ਸਵਾਰੀਆਂ ਕਰਨ ਨੂੰ ਮਿਲ ਜਾਣ, ਅੱਛੇ ਅੱਛੇ ਹੀਰਾ ਮਹਲ ਦਾ ਬਾਗ, ਮੋਤੀ ਬਾਗ, ਇਹ ਰਾਜਿਆਂ ਦੇ ਲਵਾਏ ਹੋਏ ਸੀਗੇ। ਸ਼ਾਲਾਮਾਰਾ ਬਾਗ ਕਪੂਰਥਲੇ ਦਾ ਬੜਾ ਮਸ਼ਹੂਰ ਸੀ, ਦੁਨੀਆ ਦਾ ਪੈਰਸ ਵੱਜਦਾ ਸੀ। ਤੋ ਕਹਿਣ ਲੱਗੇ ਭਾਵੇਂ ਐਸੇ ਵੀ ਤੁਸੀਂ ਰਾਜੇ ਬਣ ਕੇ ਬਾਗ ਲਵਾ ਲਓ। ਹਾਂ, ਬਾਗ ਸੁਹਾਵੇ ਸੋਹਣੇ, ਚਲੇ ਹੁਕਮ ਅਫਾਰ। ਤੁਹਾਨੂੰ ਉਹਨਾਂ ਬਾਗਾਂ ਦੀ ਕੋਈ ਵੀ ਸੰਭਾਲ ਨਾ ਕਰਨੀ ਪਏ, ਤੁਹਾਡਾ ਸਭ ਨੌਕਰਾਂ ਚਾਕਰਾਂ ਤੇ ਹੁਕਮ ਚੱਲਦਾ ਹੋਵੇ, ਸਿਰਫ ਸੈਰ ਕਰਨ ਵਾਸਤੇ ਜਾਣਾ ਹੋਵੇ ਜੀ। ਬਾਗ ਸੁਹਾਵੇ ਸੋਹਣੇ, ਚਲੇ ਹੁਕਮ ਅਫਾਰ। ਰੰਗ ਤਮਾਸ਼ੇ ਬਹੁ ਵਿਧੀ, ਚਾਏ ਲੱਗ ਰਿਆ। ਬੜੇ ਤਮਾਸ਼ੇ ਰੰਗ, ਪਦਮਣੀਆਂ ਜੈਸੀਆਂ ਔਰਤਾਂ ਰਾਜਿਆਂ ਨੂੰ ਨੱਚ ਕੇ ਦਿਖਾਉਂਦੀਆਂ ਹਨ। ਜਿੱਥੇ ਜਾਂਦੀਆਂ ਹਨ ਉੱਥੇ ਵੀ ਉਹ ਰਾਜੇ ਦਾ ਮਨੋਰੰਜਨ ਹੁੰਦਾ ਹੈ, ਤੇ ਵੇਖ ਵੇਖ ਕੇ ਖੁਸ਼ ਹੁੰਦਾ ਹੈ ਕਿ ਸ਼ਾਇਦ ਮੇਰੇ 'ਚ ਕੋਈ ਅਕਲ ਹੈ। ਉਹ ਇਹ ਨਹੀਂ ਸੋਚਦਾ ਕਿ ਇਹ ਤਾਂ ਮੈਨੂੰ ਥੋੜ੍ਹੇ ਚਿਰ ਵਾਸਤੇ ਮੇਰੇ ਕਿਸੇ ਚੰਗੇ ਕਰਮ ਦਾ ਇਨਾਮ ਦਿੱਤਾ ਹੈ, ਜਦ ਪੂਰਾ ਹੋ ਗਿਆ ਇਹ ਕਿੱਥੇ ਰਹਿਣਾ ਹੈ ਜੀ। ਰੰਗ ਤਮਾਸ਼ੇ ਬਹੁ ਵਿਧੀ, ਚਾਏ ਲੱਗ ਰਿਆ। ਚੇਤ ਨ ਆਇਓ ਪਾਰ ਬ੍ਰਹਮ, ਤਾਂ ਸਰਪ ਕੀ ਜੂਨ ਗਿਆ। ਅਗਰ ਉਹ ਪ੍ਰਮਾਤਮਾ ਦੀ ਭਗਤੀ ਨਾ ਕਰੇ ਤਾਂ ਕਹਿਣ ਲੱਗੇ ਕੀ ਬਣੇਗਾ, ਉੱਥੇ ਹੀ ਤਮਾਸ਼ਾ 'ਚ ਆਸ਼ਾ ਰਹਿਣੀ ਹੈ, ਸੱਪ ਬਣ ਕੇ ਕਿਸੇ ਖੁੱਡ 'ਚ ਰਹਿਣ ਲੱਗ ਜਾਏਗਾ। ਕਬੀਰਾ ਹਰਦੀ ਭਗਤੀ ਬਿਨ ਰਾਜਾ ਗਧਾ ਹੋਏ, ਤੋ ਮਾਟੀ ਲੱਦੇ ਕੁਮਾਰ ਦੀ ਤੇ ਕਾਸ ਨਾ ਡਾਰੇ ਕੋਈ।
ਕੁਮਾਰ ਕੁੱਟ ਕਟਾ ਕੇ ਭਾਰ ਲੱਦ ਕੇ ਸਾਰਾ ਦਿਨ ਤੇ ਰੂੜੀਆਂ ਤੇ ਛੱਡਦਾ ਹੁੰਦਾ ਹੈ। ਜੀ ਚੇਤ ਨ ਆਇਓ ਪਾਰ ਬ੍ਰਹਮ ਤਾਂ ਸਰਪ ਕੀ ਜੂਨ ਗਿਆ ਬਹੁਤ ਤਨਾੜ ਅਚਾਰਵੰਤ ਸੋਭਾ ਨਿਰਮਲ ਰੀਤ ਮਾਤ ਪਿਤਾ ਸੁਤ ਪਾਈਆਂ ਸਾਜਨ ਸੰਗ ਪ੍ਰੀਤ। ਹੁਣ ਗੁਰੂ ਸਾਹਿਬ ਕਹਿੰਦੇ ਆ ਸਾਰੀ ਦੁਨੀਆ ਦਾ ਵੀ ਧਨ ਪਦਾਰਥ ਕੋਲੇ ਕਿਉਂ ਨਾ ਆ ਜਾਵੇ, ਸਾਰੇ ਯਾਰ ਮਿੱਤਰ ਸ਼ੋਭਾ ਕਰਦੇ ਹੋਣ, ਦਿਨ ਰਾਤ ਲੋਕ ਜਸ਼ ਗਾਉਂਦੇ ਹੋਣ ਕਿ ਬੜਾ ਧਨੀ ਆ ਵੀ, ਤੋ ਕਹਿਣ ਲੱਗੇ ਮਾਤਾ ਪਿਤਾ ਵੀ ਸਿਰ ਤੇ ਹੋਣ, ਭੈਣ ਭਾਈ ਵੀ ਹੋਣ, ਦੋਸਤ ਵੀ ਬੜੇ ਬਣਾਏ ਹੋਣ। ਹਾਂ, ਮਾਤ ਪਿਤਾ ਸੁਤ ਪਾਈਆਂ ਸਾਜਨ ਸੰਗ ਪ੍ਰੀਤ ਲਾਸ਼ ਕਰ ਤਾਸ਼ ਕਰ ਬੰਦ ਬੰਦ ਜੀਓ ਜੀਓ ਸਗਲੀ ਕੀਤ ਚੇਤ ਨ ਆਇਓ ਪਾਰ ਬ੍ਰਹਮ ਤਾਂ ਖੜ ਰਸਾਤਲ ਦੀਤ। ਕਿਤਨੀਆਂ ਵੀ ਫੌਜਾਂ ਕਿਉਂ ਨਾ ਹੋਣ ਤੇ ਫੌਜਾਂ ਵਾਲੇ ਸਣੇ ਹਥਿਆਰ ਉਸ ਨੂੰ ਸਲਾਮੀਆਂ ਕਰਦੇ ਹੋਣ ਤੋ ਪਿਆਰਿਓ ਕਿਸੇ ਫੌਜ ਨੇ ਅੱਗੇ ਮਦਦ ਨਹੀਂ ਕਰਨੀ, ਉਹ ਇੱਥੋਂ ਦੀਆਂ ਇੱਥੇ ਰਹਿ ਜਾਣੀਆਂ ਹਨ। ਕਈ ਦਫਾ ਮੇਰੀ ਉਬਰਾਏ ਸਾਹਿਬ ਨਾਲ ਇਸ ਬਾਰੇ ਬਾਤ ਹੁੰਦੀ ਹੈ। ਮੈਂ ਦੱਸਦਾ ਹੁੰਦਾ ਕਿ ਪਿਆਰਿਆ ਇਹ ਤੂੰ ਦਿਮਾਗ ਚੋਂ ਕੱਢ ਦੇ ਵੀ ਕਿਸੇ ਦੀ ਫੌਜ ਮਦਦ ਕਰੇਗੀ, ਜਾਂ ਕਿਸੇ ਨੇ ਆਪ ਕਮਾਈ ਨਹੀਂ ਕਰਦਾ ਤੇ ਚੇਲੇ ਵਾਲੇ ਬਣਾ ਲੇ ਵੀ ਉਹ ਤਾਰ ਦੇਣਗੇ। ਤਾਰ ਦਾ ਗੁਰੂ ਹੁੰਦਾ ਹੈ, ਭਾਵੇਂ ਕਿੰਨਿਆਂ ਨਾਲ ਤੁਸੀਂ ਪਿਆਰ ਪਾ ਲਓ ਤੇ ਖੁਦ ਨੂੰ ਕਮਾਈ ਕਰਨੀ ਪਏਗੀ। ਅਗਰ ਕਮਾਈ ਨਹੀਂ ਕਰਦੇ ਤਾਂ ਕੀ ਹੈ? ਗੁਰੂ ਨਾਨਕ ਸਾਹਿਬ ਕਹਿੰਦੇ ਆ ਚੂਹਾ ਖੱਡ ਨਾ ਵੀ ਤਿੱਕਲ ਬੱਧਾ ਛੱਜ। ਆਪ ਤੱਕ ਚੂਹਾ ਖੁੱਡ 'ਚ ਨਹੀਂ ਵੜਦਾਗਾ, ਪਿੱਛੇ ਸੱਪ ਬੰਨੇ ਛੱਜ ਬੰਨਿਆ ਹੋਇਆ ਹੈ। ਆਪ ਕਮਾਈ ਕਰਕੇ ਆਪ ਦਾ ਪਤਾ ਨਹੀਂ ਕੀ ਹਾਲਤ ਹੋਏਗੀ, तो पिछे होर चेले बना ले है। तो कहन लगे भवे किनिया फौजा है, राजा है, तनाड़ है, चित न आयो पार ब्रह्म ते खड़र सातल दीन। अगर भगती नहीं करता, अंदर जुड़िया नहीं, परमात्मा नू प्रगट नहीं किया, तो कहते डूंगे खड्डे च धर्मराज उस नदी च डबोंदा है कि जिहदे विच सिर बाहर कढ़दा है तो जम जुतियां मारदे है जी। चेत न आयो पार ब्रह्म तां खड़ रसातल दीत। काया रोग न छिद्र किछ, ना किछ काड़ा सोग। मित्र न आवी चेत तिस, निस पोगै पोग। सब किछ कीतुन आपना, जिए न संक तरेया। चेत न आयो पार ब्रह्म, जम कंकर वस परेया। हुण गुरु साहब कहंदे बेशक
ਕਿਸੇ ਨੇ ਹਰ ਇੱਕ ਨਾਲ ਮਿੱਤਰ ਬਣਾ ਲਏ, ਵੱਡੇ ਵੱਡੇ ਮਿੱਤਰ ਬਣਾ ਲਏ, ਧਨ ਪਦਾਰਥ ਇਕੱਠਾ ਕਰ ਲਿਆ, ਰਾਜ ਦੁਆਰੇ ਦੇ ਵਿੱਚੋਂ ਵੀ ਉਹਨੇ ਸ਼ੋਭਾ ਹਾਸਲ ਕਰ ਲਈ ਹੈ, ਮੌਤ ਨੂੰ ਭੁੱਲ ਗਿਆ। ਇਹ ਵੀ ਉਹ ਯਾਦ ਨਹੀਂ ਕਰਦਾ ਕਿ ਮੈਥੋਂ ਕੋਈ ਹਿਸਾਬ ਮੰਗਣ ਵਾਲਾ ਵੀ ਹੈ। ਜੀ ਚੇਤ ਨ ਆਇਓ ਪਾਰ ਬ੍ਰਹਮ ਜਮ ਕੰਕਰ ਵਸ ਪਰਿਆ ਕਿਰਪਾ ਕਰੇ ਜਿਸ ਪਾਰ ਬ੍ਰਹਮ ਹੋਵੇ ਸਾਧੂ ਸੰਗ। ਗੁਰੂ ਸਾਹਿਬ ਨੇ ਪਹਿਲੀਆਂ ਪੌੜੀਆਂ ਦੇ ਵਿੱਚ, ਚਾਰਾਂ ਦੇ ਵਿੱਚ ਨਾਮ ਜਪਣ ਵਾਲਿਆਂ ਦੀ ਮਹਿਮਾ ਗਾਈ। ਭਾਵੇਂ ਉਹ ਕਿੰਨੇ ਕਸ਼ਟ ਦੇ ਵਿੱਚ ਹੈ, ਗੁਰਮੁਖ ਲੋਕ ਉਹ ਪਰਮਾਤਮਾ ਨੂੰ ਦੁੱਖ 'ਚ ਵੀ ਧਿਆਉਂਦੇ ਹੈ, ਸੁੱਖ 'ਚ ਵੀ ਧਿਆਉਂਦੇ ਹੈ, ਉਹਨਾਂ ਦੀ ਗੁਰੂ ਸੰਭਾਲ ਕਰਦਾ ਹੈ। ਫਿਰ ਆਪਨੇ ਜੋ ਹਠ ਯੋਗ ਨਾਲ ਪਰਮਾਤਮਾ ਨੂੰ ਮਿਲਣਾ ਚਾਹੁੰਦੇ ਹੈ, ਬਾਹਰ ਤੀਰਥ ਯਾਤਰਾ ਦਾ ਹਾਲ ਦੱਸਿਆ। ਔਰ ਭਾਵੇਂ ਕਿੰਨਾ ਧਨਾੜ ਹੋ ਜੇ, ਕਿੰਨਾ ਪੜ੍ਹ ਲਿਖ ਜਾਵੇ, ਕਹਿਣ ਲੱਗੇ ਫਿਰ ਵੀ ਜਮ ਦੇ ਪੰਜੇ 'ਚੋਂ ਬਚ ਨਹੀਂ ਸਕਦਾਗਾ। ਜਮ ਜ਼ਰੂਰ ਆਉਂਦੇ ਹੈ, ਇੱਕ ਦਿਨ ਉਹ ਦਰਸ਼ਨ ਦਿੰਦੇ ਹੈ। ਸੋ ਆਖਰ ਹੁਣ ਕੀ ਕਹਿੰਦੇ ਆ ਗੁਰੂ ਸਾਹਿਬ ਇਸ ਪੌੜੀ ਦੇ ਵਿੱਚ? ਸੁਧਾਂਤ ਦੱਸਦੇ ਹੈ ਕਿ ਮੈਂ ਤੁਹਾਨੂੰ ਕੀ ਸੰਦੇਸ਼ ਦੇਣਾ ਚਾਹੁੰਦਾ ਹੈ। ਕਹਿਣ ਲੱਗੇ ਜਿਸ ਦੇ ਉੱਤੇ ਉਹ ਪਰਮਾਤਮਾ ਕਿਰਪਾ ਕਰਦਾ ਹੈ, ਵਾਹਿਗੁਰੂ ਅਕਾਲ ਪੁਰਖ ਕਰਦਾ ਹੈ, ਉਹਨੂੰ ਸਭ ਤੋਂ ਪਹਿਲਾਂ ਸਾਧੂ ਦੀ ਸੰਗਤ ਵਿੱਚ ਲਿਆਉਂਦਾ ਹੈ। ਤੁਹਾਨੂੰ ਪਤਾ ਹੈ ਔੜ ਲੱਗਦੀ ਹੈ ਤੋ ਜਦ ਬੱਦਲ ਹੁੰਦੇ ਆ ਤੇ ਜ਼ਿਮੀਂਦਾਰ ਲੋਕ ਖੁਸ਼ੀ ਮਨਾਉਂਦੇ ਆ ਵੀ ਹੁਣ ਬਾਰਿਸ਼ ਹੋਏਗੀ, ਉਹਨਾਂ ਨੂੰ ਆਸ ਲੱਗ ਜਾਂਦੀ ਹੈ। ਤੋ ਸਾਧੂ ਸੰਗਤ ਦੇ ਵਿੱਚ ਆ ਕੇ ਸਾਡੇ ਦਿਲ 'ਚ ਆਸ ਲੱਗ ਜਾਂਦੀ ਹੈ, ਸਾਡੇ ਮਨ ਨੂੰ ਧੀਰਜ ਆ ਜਾਂਦਾ ਹੈ। ਕਦੇ ਮਨ ਲੱਗ ਗਿਆ, ਕਦੇ ਨਾ ਲੱਗ ਗਿਆ, ਕਦੇ ਆ ਗਏ, ਕਦੇ ਨਾ ਆ ਗਏ। ਆਖਰ ਹੌਲੀ ਹੌਲੀ ਰੰਗ ਚੜ੍ਹਦਾ ਚੜ੍ਹਦਾ ਇੱਕ ਦਿਨ ਐਸਾ ਮੌਕਾ ਆ ਜਾਂਦਾ ਹੈ ਜਿਵੇਂ ਰਾਣੀ ਤਾਰਾ ਨੂੰ ਉਹ ਕਿਸੇ ਵਕਤ ਵੀ ਆਪਦਾ ਸੰਗਤ ਨਹੀਂ ਛੱਡਦੀ ਸੀਗੀ। ਹਾਲਾਂਕਿ ਰਾਜ ਘਰਾਣੇ ਦਾ ਸਾਨੂੰ ਪਤਾ ਹੈ ਉਸ ਵਕਤ ਦੇ ਵਿੱਚ ਕੋਈ ਉਂਗਲੀ ਬਾਹਰ ਨਹੀਂ ਕੱਢ ਸਕਦਾ ਹੁੰਦਾ ਸੀਗਾ। ਮੈਂ ਰਾਜਿਆਂ ਦੇ ਦੇਖਦਾ ਰਿਹਾ ਹੈ, ਸੰਤਰੀ ਬਕਸ ਬਣੇ ਹੁੰਦੇ ਸੀ। ਜਦ ਰਾਣੀ ਨੇ ਬਾਹਰ ਆਉਣਾ ਤੇ ਸੰਤਰੀ ਜਿਹੜੇ ਹੁੰਦੇ ਸੀ ਉਹ ਪਿੱਠ ਕਰਕੇ ਬਕਸੇ 'ਚ ਵੜ ਜਾਂਦੇ ਸੀ ਵੀ ਕਿਤੇ ਰਾਣੀ ਨੂੰ ਨਾ ਦੇਖ ਲੈਣ। ਤੋ ਇਸ ਵਾਸਤੇ ਆ ਪਿਆਰ ਦੇ ਨਾਲ ਕਹਿੰਦੇ ਆ ਕਿ ਦੇਖੋ ਵੀ ਪਿਆਰਿਓ, ਆਸ ਲੱਗ ਜਾਂਦੀ ਹੈ। ਤੋ ਉਸ ਮੌਕੇ ਦੇ ਵਿੱਚ ਤਾਰਾ ਰਾਣੀ ਨੂੰ ਸੰਗ ਦਾ ਰੰਗ ਚੜਿਆ ਤੋ ਕਿਸ ਤਰ੍ਹਾਂ ਆਪਦੇ ਪਤੀ ਨੂੰ ਉਹ ਜਲਦੀ ਜਲਦੀ ਸੇਵਾ ਕਰਕੇ ਸਵਾ ਦਿੰਦੀ ਸੀ ਤੋ ਆਪ ਸੰਗਤ ਦੇ ਵਿੱਚ ਚਲੀ ਜਾਂਦੀ ਸੀ। ਬੇਸ਼ੱਕ ਇੱਕ ਦਿਨ ਰਾਜੇ ਨੂੰ ਜਾਗ ਆ ਗਈ, ਉਹ ਜਾ ਕੇ ਉਹਦੇ ਪੈਰ ਦੀ ਖੜਾਮ ਚੁੱਕ ਲਿਆਇਆ। ਉਹਨੂੰ ਕਹਿਣ ਲੱਗਿਆ ਰਾਤ ਕਿੱਥੇ ਗਈ ਸੀ? ਉਹ ਕਹਿੰਦੀ ਮੈਂ ਤਾਂ ਕਿਤੇ ਨਹੀਂ, ਤੁਹਾਡੇ ਕੋਲੇ ਪਈ ਸੀ। ਉਹ ਕਹਿੰਦਾ ਖੜਾਮ ਕਿੱਥੇ ਹੈ? ਇਹਦੇ ਨਾਲ ਦੀ। ਉਹ ਰਾਣੀ ਨੇ ਜਦ ਖੜਾਮ ਦਿਖਾਈ ਚੱਕ ਕੇ, ਉਹ ਉਸੇ ਵਰਗੀ ਸੀ। ਤੋ ਕਹਿਣ ਦਾ ਭਾਵ ਜਿਨ੍ਹਾਂ ਨੂੰ ਸਤਸੰਗ ਦਾ ਰੰਗ ਚੜ੍ਹ ਜਾਂਦਾ ਹੈ ਪਿਆਰਿਓ, ਉਹ ਉਤਰਦਾ ਨੀਗਾ, ਉਹ ਦਿਨ ਰਾਤ ਕਰਦੇ ਹੈ। ਮਹਾਰਾਜ ਸਾਵਣ ਸਿੰਘ ਦੀ ਇਹ ਬੀਬੀ ਲਾਜੋ ਸੁਣਾਉਂਦੀ ਹੁੰਦੀ ਸੀ, ਜਿਹੜੀ ਉਹਨਾਂ ਦਾ ਫੁਲਕਾ ਤਿਆਰ ਕਰਦੀ ਹੁੰਦੀ ਸੀ। ਕੁਛ ਬੜੈਚਾਂ ਦੀਆਂ ਲੜਕੀਆਂ ਸਨ, ਹਰੀਜਨਾਂ ਦੀਆਂ, ਉਹ ਘਾਹ ਖੋਦ ਕੇ ਸਟੇਸ਼ਨ ਤੇ ਵੇਚਦੇ ਹੁੰਦੇ ਸਨ। ਇੱਕ ਦਿਨ ਮਹਾਰਾਜ ਨੂੰ ਮਿਲਣ ਵਾਸਤੇ ਆਈਆਂ ਤੋ ਬੀਬੀ ਲਾਜੋ ਉਹਨਾਂ ਨੂੰ ਅੰਦਰ ਨਾ ਹੋਣ ਦੇਵੇ ਕਿ ਤੁਹਾਡੇ ਵਿੱਚ ਮੁੜਕਾ ਆਇਆ ਹੈ, ਬਦਬੂ ਆਉਂਦੀ ਹੈ। ਤੋ ਮਹਾਰਾਜ ਸਾਵਣ ਸਿੰਘ ਦੇਖਦੇ ਸੀਗੇ, ਉਹ ਕਹਿਣ ਲੱਗੇ ਮੈਨੂੰ ਇਹਨਾਂ 'ਚੋਂ ਬਦਬੂ ਨਹੀਂ ਆਉਣ ਦੀਗੀ, ਤੂੰ ਇਹਨਾਂ ਨੂੰ ਆ ਜਾਣ ਦੇ। ਇੱਕ ਲੜਕੀ ਨੂੰ ਪੁੱਛਿਆ, ਸੁਣਾ ਕਾਕੋ ਕਹਿੰਦੇ ਹੁੰਦੇ, ਸੁਣਾ ਕਾਕੋ ਭਜਨ ਦਾ ਕੀ ਹਾਲ ਹੈ?
ਉਹ ਆਦੀ ਜੀ ਕੀ ਦੱਸਾਂ, ਘਰ ਦੇ ਕੁੱਟਦੇ ਬਹੁਤ ਹੁੰਦੇ ਆ, ਵੀ ਜੇ ਤੂੰ ਉਸ ਤਰ੍ਹਾਂ ਕਦੇ ਬੈਠੀ ਵੇਖ ਲਈ ਨਾ ਤੇ ਸੋਚ ਲਈ। ਤਾਂ ਮੈਂ ਘਾਹ ਜਿਹੜਾ ਹੈ ਖੱਬਲ ਉਹ ਜਲਦੀ ਜਲਦੀ ਜਾ ਕੇ ਪੱਟਦੀ ਹੈ ਵੀ ਇੱਥੇ ਖੇਤ 'ਚ ਹੀ ਮੌਕਾ ਲਾ ਲਾਂ। ਪਰ ਕਦੇ ਕਦੇ ਕਹਿੰਦੀ ਵੀ ਤੂੰ ਛੱਡਦਾ ਨਹੀਂ ਅੰਦਰੋਂ ਮੈਨੂੰ, ਤੇ ਟਾਈਮ ਹੋ ਜਾਂਦਾ ਜ਼ਿਆਦੇ। ਤੋ ਘਰੇ ਗਏ ਜਾਂ ਗਈ ਤੇ ਫਿਰ ਕੁੱਟ ਪੈਂਦੀ ਹੈ ਵੀ ਤੂੰ ਅੱਜ ਬੈਠੀ ਹੋਏਗੀ। ਤੋ ਮਹਾਰਾਜ ਸਾਵਣ ਸਿੰਘ ਕਹਿਣ ਲੱਗੇ ਵੀ ਦੇਖ, ਜੇ ਤੈਨੂੰ ਉਹ ਨਾ ਕੁੱਟਣ ਤੇ ਤੂੰ ਭਜਨੀ ਨਾ ਬੈਠੇ, ਤੂੰ ਉਹਨਾਂ ਦਾ ਧੰਨਵਾਦ ਕਰ। ਤੋ ਬੀਬੀ ਲਾਜੋ ਨੂੰ ਕਹਿਣ ਲੱਗੇ ਦੇਖ, ਰਸ ਛੱਡ ਨਹੀਂ ਸਕਦੀ ਗੀ। ਸੋ ਪਿਆਰਿਓ, ਸਾਧੂ ਸੰਗਤ ਦੇ ਵਿੱਚ ਆ ਕੇ ਸਾਨੂੰ ਆਸ ਵੱਜ ਜਾਂਦੀ ਹੈ, ਜਿਵੇਂ ਜੱਟ ਨੂੰ ਬਾਰਿਸ਼ ਦੀ ਆਸ ਵੱਜਦੀ ਹੈ। ਤੋ ਕਿਰਪਾ ਹੋਏ ਜਿਹਦੇ ਤੇ ਪ੍ਰਮਾਤਮਾ ਕਿਰਪਾ ਕਰਦਾ, ਸਭ ਤੋਂ ਪਹਿਲਾਂ ਉਹਨੂੰ ਸਾਧ ਸੰਗਤ ਚ ਲਿਆਉਂਦਾ ਹੈ। ਜਦੋਂ ਅਸੀਂ ਸੰਗਤ ਸੁਣ ਕੇ ਨਿਰਮਲ ਜਿਵੇਂ ਜਿਵੇਂ ਹੁੰਦੇ ਜਾਂਦੇ ਹੈ, ਉਵੇਂ ਉਵੇਂ ਸਾਡੇ ਦਿਲ ਦੇ ਵਿੱਚ ਨਾਮ ਲੈਣ ਦੀ ਇੱਛਾ ਪ੍ਰਗਟ ਹੁੰਦੀ ਹੈ। ਜਦੋਂ ਸੰਤ ਵੇਖਦੇ ਆ ਤਿਆਰ ਹੈ, ਉਹ ਨਾਮ ਦੇ ਨਾਲ ਜੋੜ ਦਿੰਦੇ ਹੈ। ਹੌਲੀ ਹੌਲੀ ਅਸੀਂ, ਕਿਉਂਕਿ ਸਤਸੰਗ ਭਜਨ ਦੀ ਵਾੜ ਹੈ, ਜਿਵੇਂ ਪਾਣੀ ਤੋਂ ਬਿਨਾਂ ਖੇਤੀ ਕਮਲਾ ਜਾਂਦੀ ਹੈ, ਤੇ ਸਤਸੰਗ ਤੋਂ ਬਿਨਾਂ ਆਤਮਾ ਵੀ ਕਮਲਾਉਂਦੀ ਹੈ ਜੀ। ਕਿਰਪਾ ਕਰੇ ਜਿਸ ਪਾਰ ਬ੍ਰਹਮ, ਹੋਵੇ ਸਾਧੂ ਸੰਗ। ਜਿਉ ਜਿਉ ਓਵਧਾਈਏ, ਤਿਉ ਤਿਉ ਹਰਿ ਸਿਉ ਰੰਗ। ਜਿਵੇਂ ਜਿਵੇਂ ਅਸੀਂ ਉਹ ਸਾਧੂ ਨਾਲ ਪਿਆਰ ਕਰਾਂਗੇ, ਜਿੰਨਾ ਜਿੰਨਾ ਅਸੀਂ ਪਿਆਰ ਕਰਾਂਗੇ, ਓਨਾ ਓਨਾ ਸਾਨੂੰ ਰੰਗ ਚੜ੍ਹਦਾ ਜਾਂਦਾ ਹੈ। ਉਹ ਪਿਆਰਿਓ, ਮਜ਼ਦੂਰ ਦੀ ਮਾਲਕ ਮਜ਼ਦੂਰੀ ਨਹੀਂ ਰੱਖਦਾ ਗਾ। ਕੀ ਉਹ ਪਰਮਾਤਮਾ ਰੂਪ ਸਾਧੂ ਬੇਇਨਸਾਫ ਹੈ ਜਿਹੜਾ ਸਾਡੀ ਮਜ਼ਦੂਰੀ ਰੱਖੇਗਾ? ਬੁੱਲੇ ਨੇ ਕਿਹਾ ਸੀ, ਉਹ ਪ੍ਰਭ ਸਾਡਾ ਸਖੀ ਹੈ, ਅਸੀਂ ਸੇਵਾ ਕਰਨੀਓ ਸੂਮ, ਅਸੀਂ ਭਜਨ ਕਰਨੀਓ ਕੰਜੂਸ ਬਣੇ ਬੈਠੇ हैं जी। ਜਿਉ ਜਿਉ ਓਵਧਾਈਏ, ਤਿਉ ਤਿਉ ਹਰਿ ਸਿਉ ਰੰਗ। ਦੋਹਾਂ ਸਿਰਿਆਂ ਕਾ ਖਸਮ ਆਪ, ਅਵਰ ਨ ਦੂਜਾ ਥਾਉ। ਸਤ ਗੁਰ ਤੁਠੇ ਪਾਇਆ, ਨਾਨਕ ਸਚਾ ਨਾਉ। ਹੁਣ ਕਹਿਣ ਲੱਗੇ, ਉਹ ਮਨਮੁਖਾਂ ਦਾ ਵੀ ਉਹੀ ਪ੍ਰਮਾਤਮਾ ਹੈ, ਗੁਰਮੁਖਾਂ ਦਾ ਵੀ ਉਹੀ ਹੈ। ਇਹ ਵੀ ਉਹਦੇ ਹੱਥ ਦੇ ਵਿੱਚ ਹੈ। ਮੈਂ ਕਿਹਨੂੰ ਅਜੇ ਮਨਮੁਖ ਰੱਖਣਾ ਹੈ, ਕਿਹਨੂੰ ਸੰਗਤ ਵਿੱਚ ਨਹੀਂ ਲਿਆਉਣਾ, ਕਿਹਨੂੰ ਨਾਮ ਨਹੀਂ ਦਿਵਾਉਣਾ, ਔਰ ਇਹ ਵੀ ਉਹਦੇ ਹੱਥ ਵਿੱਚ ਹੈ ਕਿ ਮੈਂ ਗੁਰਮੁਖ ਕਿਹਨੂੰ ਬਣਾਉਣਾ ਹੈ। ਦੋਨਾਂ ਸਿਰਿਆਂ ਦਾ, ਦੋਨ ਮਨਮੁਖਾਂ ਦਾ ਵੀ ਉਹ ਹੈ, ਗੁਰਮੁਖਾਂ ਦਾ ਵੀ ਉਹੀ ਹੈ। ਇਸ ਵਾਸਤੇ ਆਪ ਕਹਿੰਦੇ ਕਿ ਸਤਿਗੁਰ ਤੁਠਾ ਪਾਈਏ। ਲੇਕਿਨ ਪ੍ਰਮਾਤਮਾ ਨੂੰ ਆਪਾਂ ਕਿਸ ਤਰ੍ਹਾਂ ਪਾ ਸਕਦੇ ਹਾਂ? ਕਿ ਜੇ ਸਤਿਗੁਰੂ ਦਇਆ ਕਰੇ, ਨਾਮ ਦੇਵੇ, ਅਸੀਂ ਉਹਦੇ ਕਹਿਣੇ ਦੇ ਮੁਤਾਬਕ, ਇਹ ਨਹੀਂ ਕਿ ਸਤਿਗੁਰੂ ਨੇ ਪੂਰਬ ਨੂੰ ਦੱਸਿਆ ਅਸੀਂ ਪੱਛਮ ਨੂੰ ਤੁਰ ਪਏ ਹਾਂ, ਗੁਰੂ ਵਿਚਾਰਾ ਕੀ ਕਰੇ, ਜੇ ਸਿੱਖਣ ਮੇ ਚੂਕ, ਅੰਧੇ ਏਕ ਨ ਲੱਗੀ ਜੋ ਵਾਸ ਵਜਾਈ ਫੂਕ। ਨਹੀਂ, ਜੋ ਗੁਰੂ ਕਹਿੰਦਾ ਹੈ। ਤੋ ਸਤਿਗੁਰੂ ਤੁਠਾ, ਜੇ ਸਤਿਗੁਰੂ ਦੇ ਨਾਲ ਪਿਆਰ ਹੈ, ਉਹ ਖੁਸ਼ ਹੋ ਜਾਂਦਾ ਹੈ ਕਿ ਉਹ ਪਿਆਰ ਦੀ ਕਦਰ, ਜੇ ਪਿਆਰ ਹੋਏਗਾ ਤਾਂ ਕਰੇਗਾ ਨਾ। ਜੇ ਸਿੱਖ ਵਿਸ਼ੇ ਵਿਕਾਰਾਂ ਤੋਂ ਉੱਪਰ ਹੀ ਨਹੀਂ ਉੱਠਦਾ, ਗੁਰੂ ਕੀ ਕਰੂਗਾ ਬਈ? ਸੋ ਗੁਰੂ ਸਾਹਿਬ ਨੇ ਜੋ ਇਸ ਸ਼ਬਦ ਦੇ ਵਿੱਚ ਪਿਆਰ ਨਾਲ ਸਾਨੂੰ ਸਮਝਾਇਆ ਹੈ ਕਿ ਕਿਉਂ ਪਰਮਾਤਮਾ ਦੀ ਭਗਤੀ ਕਰਨੀ ਹੈ, ਕਿਉਂਕਿ ਨਾਮ ਸਾਡੀ ਇੱਥੇ ਵੀ ਸਹਾਇਤਾ ਕਰਦਾ, ਅੱਗੇ ਜਾ ਕੇ ਵੀ ਮਾਲਕ ਦੇ ਦਰਬਾਰ ਇਸ ਨਾਮ ਨੇ ਸਹਾਈ ਹੋਣਾ ਹੈ। ਔਰ ਬਾਹਰ ਮੁਖੀ ਕਰਮ ਗੁਰੂ ਸਾਹਿਬ ਨੇ ਦੱਸਿਆ, ਆਪਾਂ ਕਿਤਨੇ ਵੀ ਕਿਉਂ ਨਾ ਸ੍ਰੇਸ਼ਟ ਕਰ ਲਈਏ,
ਤਪ ਧੂਣੇ ਵਗੈਰਾ ਜੋ ਮਰਜ਼ੀ ਤਪਾ ਲਈਏ ਉਹ ਕਿਸੇ ਕੰਮ ਨਹੀਂ। ਔਰ ਆਖਰ ਆਪਨੇ ਕਿਹਾ ਜਿਹਦੇ ਤੇ ਪ੍ਰਮਾਤਮਾ ਮਿਹਰ ਕਰਦਾ ਹੈ, ਸਭ ਤੋਂ ਪਹਿਲਾਂ ਉਹਨੂੰ ਸਾਧੂ ਸੰਗਤ ਦੇ ਵਿੱਚ ਲਿਆਉਂਦਾ ਹੈ। ਸੰਤ ਦਇਆ ਕਰਦੇ, ਉਹਨੂੰ ਨਾਮ ਦੇ ਨਾਲ ਜੋੜਦੇ ਹੈ। ਅਗਰ ਜੀਵ ਸਿੱਖ ਆਪਣੇ ਆਪ ਤੇ ਦਇਆ ਕਰਦਾ ਹੈ ਤਾਂ ਸੰਤਾਂ ਦੀ ਆਗਿਆ ਦਾ ਪਾਲਣ ਕਰਦਾ ਹੈ, ਨਾਮ ਦੀ ਕਮਾਈ ਕਰਦਾ ਹੈ। ਸੋ ਸਤਿਗੁਰ ਤੁਠਾ ਕਹਿਣ ਲੱਗੇ ਗੁਰੂ ਦੇ ਹੱਥ ਹੈ ਕਿ ਮੈਂ ਇਹਦੀ ਕਦ ਝੋਲੀ ਭਰ ਦੇਣੀ ਹੈ। ਤੁਹਾਨੂੰ ਪਤਾ ਹੈ ਕਿ ਪਿਆਰਿਓ, ਜਿਹੜਾ ਸਟੂਡੈਂਟ ਅੱਛੀ ਪੜ੍ਹਾਈ ਕਰਦਾ ਹੈ ਉਹ ਟੀਚਰ ਦੀ ਤਵੱਜੋ ਵੀ ਉਧਰ ਹੀ ਹੁੰਦੀ ਹੈ। ਜੇ ਸਿੱਖ ਦੀ ਨਾਮ ਦੀ ਕਮਾਈ ਕਰਦਾ ਤੇ ਗੁਰੂ ਦੀ ਵੀ ਪੂਰੀ ਤਵੱਜੋ ਉਧਰ ਹੁੰਦੀ ਹੈ। ਜੇ ਨਾਮ ਲੈ ਕੇ ਆਇਆ ਤਾਂ ਸੰਗਤ ਨਾਲ ਪੁੱਛੋ ਜੀ ਪੀਤੀ ਗਈ, ਦੱਸੋ ਬਈ ਇਹ ਸਿੱਖ ਦਾ ਧਰਮ ਹੈ? ਸੋ ਇਸ ਵਾਸਤੇ ਆ ਪਿਆਰ ਦੇ ਨਾਲ ਕਹਿੰਦੇ ਹੈ ਸਿੱਖ ਦਾ ਧਰਮ ਹੈ ਕਿ ਜੋ ਸਤਸੰਗ ਸੁਣਦਾ ਹੈ ਉਸ ਤੇ ਅਮਲ ਕਰੇ, ਆਪਣਾ ਜੀਵਨ ਬਣਾਏ, ਨਮੂਨਾ ਬਣ ਕੇ ਆਪਦੇ ਪੜੋਸੀਆਂ ਦੇ ਵੀ ਪੇਸ਼ ਆਵੇ। ਸੋ ਗੁਰੂ ਸਾਹਿਬ ਦੇ ਕਹਿਣ ਦੇ ਮੁਤਾਬਕ ਸਾਨੂੰ ਸ਼ਬਦ ਨਾਮ ਦੀ ਕਮਾਈ ਕਰਨੀ ਚਾਹੀਦੀ ਹੈ, ਆਪਣੇ ਜੀਵਨ ਨੂੰ ਸੁਧਾਰਨਾ ਚਾਹੀਦਾ ਹੈ। ਪਰਮਾਤਮਾ ਮਿਹਰ ਕਰਦਾ ਹੈ, ਸਾਨੂੰ ਉਸ ਮਿਹਰ ਤੋਂ ਫਾਇਦਾ ਉਠਾਉਣਾ ਚਾਹੀਦਾ ਹੈ।